ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਾਰ ਸ਼੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮੈਂ ਮਰਦ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਾਲੇ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਬਰਤਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸ੍ਰੀ ਵਾਹਿਗੁਰੂ ਸਾਹਿਬ ਜੀ। ਜਨ ਸਿੱਖਣ ਮਿਲ ਕਰ ਅਨੁਰਾਗ ਕਿਵੈਤ ਵੈਰ ਲਗਾਏ ਵਿਭਾਗ ਆਰੂ ਅਮਰੂਦ ਤਾਲ ਅੰਬ ਅਗਲੀ ਜੁਗਤ ਸੀਜ ਤਰ ਅੰਬ ਜਨ ਸਿੱਖਣ ਮਿਲ ਕਰ ਅਨੁਰਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਾਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨੌਵੇਂ ਪਾਤਸ਼ਾਹ ਸ਼ਹੀਦ ਸਤਿਗੁਰੂ ਧਰਮ ਰੱਖਿਅਕ ਸ਼ਾਂਤੀ ਦੇ ਪੁੰਜ ਬੰਦਗੀ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਦੇ ਵਿਖੇ ਅਮਾਵਸ ਦੇ ਦਿਹਾੜੇ ਉੱਪਰ ਮਘਰ ਮਹੀਨੇ ਦੀ ਸੰਗਰਾਂਦ ਦੇ ਸਮੇਂ ਪਿਛਲੇ ਪਹਿਰ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰ ਅਸਥਾਨਾਂ ਦੀ ਯਾਤਰਾ ਕਰਕੇ ਦਰਸ਼ਨ ਦਿਦਾਰੇ ਸੇਵਾਵਾਂ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਜੀ ਨੇ ਰਹਿਮਤ ਕਰਕੇ ਸਾਨੂੰ ਅੱਜ ਦੇ ਪਾਵਨ ਦਰਸ਼ਨ ਦੀਦਾਰ ਬਖਸ਼ੇ ਹਨ। ਜਿੱਥੇ ਮੱਸਿਆ ਦੇ ਜੋੜ ਮੇਲੇ ਤੇ ਮਹੀਨਾਵਾਰੀ ਦਰਸ਼ਨ ਦੀਦਾਰ ਕਰਨ ਸੁਖ ਸੰਗਤਾਂ ਆਪ ਆ ਰਹੇ ਹੋ, ਉੱਥੇ ਨਾਲ ਹੀ ਮਘਰ ਮਹੀਨੇ ਦੀ ਸੰਗਰਾਂਦ ਦਾ ਵੀ ਅੱਜ ਦਿਹਾੜਾ ਹੈ। ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਘਰ ਮਹੀਨੇ ਦੀ ਆਰੰਭਤਾ ਹੋਈ ਹੈ। ਸੋ ਆਓ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਹਿਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹ ਦੇ ਜੋ ਪਾਵਨ ਜੀਵਨ ਦੇ ਇਤਿਹਾਸ ਦੇ ਪ੍ਰਸੰਗ ਆਪਾਂ ਸਰਵਣ ਕਰਦੇ ਹਾਂ। ਸਰਵਣ ਕਰਨ ਹਿਤ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਰੀਏ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਹੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਝੁਕਾਓ ਸੀਸ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੱਲ ਸਿੱਖਣ ਮਿਲ ਕਰ ਅਨੁਰਾਗ। ਨਵੇਂ ਪਾਤਸ਼ਾਹ ਦੇ ਪਾਵਨ ਜੀਵਨ ਵਿੱਚੋਂ ਕੱਲ ਆਪ ਜੀ ਨੇ ਸਾਖੀ ਸਰਵਣ ਕੀਤੀ ਇਥੋਂ ਤੀਕਰ ਵੀ ਸਤਿਗੁਰੂ ਜੀ ਸਸਰਾਮ ਨਗਰ ਦੇ ਵਿੱਚ ਗਏ ਨੇ। ਇੱਥੇ ਪਾਤਸ਼ਾਹ ਦਾ ਰਹਿਣ ਵਾਲਾ ਪ੍ਰੇਮੀ ਸਿੱਖ ਹੈ ਫੱਗੋ, ਜਿਹਨੂੰ ਚਾਚਾ ਫੱਗੋ ਕਹਿੰਦੇ ਹਨ। ਇਲਾਕੇ ਦੀ ਸਾਰੀ ਜੋ ਸੰਗਤ ਆਪਣਾ ਦਸਵੰਧ ਕੱਢਦੀ ਹੈ, ਉਹ ਵੀ ਸਾਰਾ ਹੀ ਇਹੀ ਗਰਾਹ ਕੇ ਗੁਰੂ ਘਰ ਵਿੱਚ ਭੇਜਦਾ ਉਹਨਾਂ ਕੋਈ ਇਕੱਤਰ ਕਰਕੇ। ਨਵੇਂ ਪਾਤਸ਼ਾਹ ਨੇ ਬਲਾਸ ਕਰਨ ਵਾਸਤੇ ਕਿਹਾ ਵੀ ਲਿਆ ਭਾਈ ਫੱਗੋ, ਜਿੰਨੀ ਤੋਂ ਦਸਵੰਧ ਦੀ ਭੇਟਾ ਇਕੱਠੀ ਕੀਤੀ ਸਾਨੂੰ ਲਿਆ ਕੇ ਹਾਜ਼ਰ ਕਰ। ਇਹਨੇ ਸਭ ਕੁਝ ਮਹਾਰਾਜ ਦੇ ਅੱਗੇ ਰੱਖਤਾ। ਸਾਹਿਬ ਕਹਿੰਦੇ ਹੋਰ ਵੀ ਕੁਝ ਹੈ, ਚੇਤਾ ਕਰ ਲੈ। ਸੋਚੀ ਪੈ ਗਿਆ, ਕਹਿੰਦਾ ਮਹਾਰਾਜ ਸਾਰਾ ਕੁਝ ਤਾਂ ਹਾਜ਼ਰ ਕਰਤਾ। ਸਾਹਿਬ ਕਹਿੰਦੇ ਜੋ ਤੂੰ ਆਪਣੇ ਹੱਥਾਂ ਦੇ ਨਾਲ ਕਿਸੇ ਕੋਲ ਕੋਈ ਭੇਟਾ ਲੈ ਕੇ ਆਇਆ ਹੈ ਉਹ ਵੀ ਸਾਨੂੰ ਦੇ। ਸੋਚਣ ਲੱਗ ਪਿਆ ਕਿ ਮਹਾਰਾਜ ਸਾਹਿਬ ਜੀ ਇਹ ਵਚਨ ਕੀ ਕਰ ਰਹੇ ਨੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਝੂਠ ਨਹੀਂ ਬੋਲਦੇ, ਸੱਚ ਦਾ ਵਚਨ ਹੈ ਸਤਿਗੁਰਾਂ ਦਾ। ਤੇ ਮੈਂ ਵੀ ਸਭ ਕੁਝ ਦੇ ਬੈਠਾ ਹਾਂ, ਤੇ ਫਿਰ ਇਹਦੇ ਵਿੱਚ ਰਮਜ ਕੀ ਹੈ। ਜਦੋਂ ਸੋਚਿਆ ਤਾਂ ਖਿਆਲ ਆਇਆ ਵੀ ਜਦੋਂ ਮੈਂ ਇੱਕ ਦਿਨ ਕਿਸੇ ਸਿੱਖਣੀ ਦੇ ਘਰ ਗਿਆ ਸੀ ਸਿੱਖ ਦੇ, ਤੇ ਉੱਥੋਂ ਦਸਵੰਧ ਮੰਗਿਆ ਤਾਂ ਉਹਨੇ ਗੁੱਸੇ ਵਿੱਚ ਆ ਕੇ ਕੂੜਾ ਦੇ ਦਿੱਤਾ ਸੀ। ਉਹ ਸਾਖੀ ਫਿਰ ਨਵੇਂ ਪਾਤਸ਼ਾਹ ਨੂੰ ਸੁਣਾਈ ਵੀ ਸਾਹਿਬ ਜੀ ਹੋਰ ਤਾਂ ਸਭ ਕੁਝ ਦੇ ਦਿੱਤਾ। ਇੰਨੀ ਇੱਕ ਗਾਥਾ ਹੋਈ ਸੀ ਵੀ ਇੱਕ ਸਿੱਖ ਦੇ ਘਰੋਂ ਦਸਵੰਧ ਇਕੱਠਾ ਕਰਨ ਗਿਆ। ਸਿੱਖ ਤਾਂ ਘਰੇ ਨਹੀਂ ਸੀ, ਉਹਦੇ ਘਰੋਂ ਬੀਬੀ ਭੈਣ ਸਿੱਖਣੀ ਸੀ। ਉਹਨੂੰ ਕਿਹਾ ਵੀ ਗੁਰੂ ਸਾਹਿਬ ਜੀ ਦੇ ਵਾਸਤੇ ਦਸਵੰਧ ਲਿਆ, ਕੁਝ ਤੇਰਾ ਲੰਗਰ ਚ ਪਹੁੰਚਾਈਏ। ਤਾਂ ਉਹ ਗੁੱਸੇ ਵਿੱਚ ਆ ਕੇ ਕਹਿਣ ਲੱਗੀ ਵੀ ਮੇਰੇ ਕੋਲ ਕੁਝ ਹੈ ਨਹੀਂ, ਸਿੱਖ ਤਾਂ ਕੋਈ ਕੰਮ ਕਰਦਾ ਨਹੀਂ। ਦੁਬਾਰਾ ਚਾਚਾ ਫੱਗੋ ਕਹਿੰਦਾ ਮਹਾਰਾਜ ਮੈਂ ਕਿਹਾ ਵੀ ਕੁਝ ਵੀ ਹੈ ਤਾਂ ਤੂੰ ਜਿੰਨਾ ਵੀ ਸਰਦਾ ਬਣਦਾ ਲਿਆ, ਤੇਰਾ ਮੈਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਪਹੁੰਚਾ ਦਿਆਂਗਾ। ਤੇ ਸਤਿਗੁਰੂ ਜੀ ਉਹ ਗੁੱਸੇ ਵਿੱਚ ਆ ਗਈ। ਫਿਰ ਮਾਈ ਕਹਿੰਦੀ ਵੀ ਜੇ ਤੂੰ ਖਾਲੀ ਨਹੀਂ ਜਾਣਾ ਤਾਂ ਹੁਣ ਕੂੜਾ ਹੈ ਸਵੇਰ ਦਾ ਹੁੰਦੇ ਆ ਵਿਹੜੇ 'ਚ, ਇਹੀ ਲੈ ਜਾ। ਮੈਂ ਆਖਿਆ ਮਹਾਰਾਜ ਸਾਹਿਬ ਜੀ ਉਸ ਵੇਲੇ ਬੀਬੀ ਨੂੰ ਵੀ ਭੈਣਾ ਇਹੀ ਦੇ ਦੇ। ਉਹਨੇ ਮਹਾਰਾਜ ਬੁੱਕ ਭਰ ਭਰ ਕੇ ਕੂੜਾ ਪਾਤਾ। ਮੈਂ ਝੋਲੀ 'ਚ ਪਾ ਕੇ ਪੱਲੇ ਬੰਨ੍ਹ ਕੇ ਘਰੇ ਲੈ ਆਇਆ। ਜਦੋਂ ਘਰੇ ਲਿਆਂਦਾ ਤਾਂ ਵਿਹੜੇ ਵਿੱਚ ਸੁੱਟਿਆ ਤੇ ਉਹਦੇ ਵਿੱਚੋਂ ਇੱਕ ਬੇਰ ਦੀ ਗਿਟਕ ਦੇਖੀ। ਗਿਟਕ ਵੇਖ ਕਰਕੇ ਮਹਾਰਾਜ ਮੈਂ ਧਰਤੀ ਵਿੱਚ ਬੀਜਤਾ, ਉਹ ਬੇਰੀ ਦਾ ਦਰਖਤ ਬਣਿਆ। ਆ ਸਾਹਮਣੇ ਵਿਹੜੇ ਵਿੱਚ ਲੱਗਾ ਹੈ। ਬੇਰ ਤੋੜ ਕੇ ਸਤਿਗੁਰ ਅੱਗੇ ਰੱਖੇ। ਕਹਿਣ ਲੱਗਾ ਪਾਤਸ਼ਾਹ ਬਾਕੀ ਸਭ ਭੇਟਾ ਦੇਤੀ, ਆ ਉਸ ਗਰੀਬ ਸਿੱਖ ਦੀ ਭੇਟਾ ਹੈ ਤੇ ਆਪ ਜੀ ਇਹਨੂੰ ਵੀ ਅੰਗੀਕਾਰ ਕਰੋ। ਇਹ ਤੁਹਾਡੀ ਹੀ ਦਸਵੰਧ ਦੀ ਨਿਸ਼ਾਨੀ ਹੈ ਜੋ ਮੇਰੇ ਵਿਹੜੇ ਵਿੱਚ ਬੇਰੀ ਲੱਗੀ ਹੋਈ ਹੈ, ਤੇ ਉਹ ਗਰੀਬ ਸਿੱਖ ਪਰਿਵਾਰ ਦਾ ਵੀ ਭਲਾ ਕਰ ਦਿਓ। ਇਹ ਵਚਨ ਸੁਣ ਕੇ ਸਾਰੀ ਸੰਗਤ ਬਹੁਤ ਆਨੰਦ ਪ੍ਰਸੰਨ ਹੋਈ। ਮਹਾਰਾਜ ਕਹਿੰਦੇ ਸਾਨੂੰ ਤਾਂ ਸਭ ਪਤਾ ਸੀ, ਪਰ ਤੇਰੀ ਇਸ ਜੋ ਗੁਪਤ ਗੱਲ ਹੈ ਇਹ ਸਿੱਖਾਂ ਪ੍ਰਗਟ ਕਰਨੀ ਸੀ। ਤੂੰ ਤਾਂ ਸਿੱਖੀ ਦੀ ਹੱਦ ਕਰਦੀ, ਕਮਾਲ ਕਰਦੀ ਵੀ ਕਿੱਡਾ ਤੇਰਾ ਹੌਸਲਾ ਵੀ ਜੇ ਉਹਨੇ ਕੂੜਾ ਪਵਾਇਆ ਤੂੰ ਉਹ ਵੀ ਵਾਹਿਗੁਰੂ ਕਹਿ ਕੇ ਝੋਲੀ ਪਵਾ ਲਿਆ। ਫਿਰ ਉਹਨਾਂ ਦੀ ਭੰਡੀ ਨਹੀਂ ਕੀਤੀ, ਬਦਨਾਮੀ ਨਹੀਂ ਕੀਤੀ। ਆ ਕੇ ਤੇ ਉਹਦੇ ਵਿੱਚੋਂ ਨਿਕਲੀ ਇੱਕ ਗਟਕ, ਉਹਦਾ ਤੂੰ ਦਰਖਤ ਬਣਾ ਦਿੱਤਾ, ਬੇਰੀ ਉਗਾ ਕੇ ਤੇ ਉਹਨਾਂ ਦੇ ਨਾਂ ਦੀ ਅਰਦਾਸ ਕਰਾ ਰਿਹਾ ਹੈ ਵੀ ਮਹਾਰਾਜ ਸਾਰੀ ਬੇਰੀ ਲੱਗੀ ਲਗਾਈ ਉਹਨਾਂ ਨੇ ਦਾਨ ਕੀਤੀ ਹੈ। ਪਾਤਸ਼ਾਹ ਕਹਿਣ ਲੱਗੇ ਧੰਨ ਨੇ ਐਸੇ ਸਿੱਖ, ਤੂੰ ਆਪ ਵੀ ਨਿਹਾਲ, ਜਿਹੜਾ ਤੇਰੀ ਸੰਗਤ ਕਰੂ ਉਹ ਵੀ ਗੁਰਸਿੱਖਾ ਨਿਹਾਲ ਹੋਵੇਗਾ। ਇਵੇਂ ਗੁਰੂ ਸਾਹਿਬ ਨੇ ਸਤ ਸੰਗਤ ਦੇ ਕੌਤਕ ਜਿਹੜਾ ਸੀ ਉਹਦੇ ਮੁਖੋਂ ਕਹਾਇਆ ਚਾਚੇ ਫੱਗੋ ਸਿੱਖ ਦੇ। ਤੇ ਇਹ ਵੀ ਨਾਲ ਬਚਨ ਕੀਤਾ ਵੀ ਜਿਹੜਾ ਸਿੱਖ ਆਪਣੇ ਗੁਣ ਛਪਾਵੇ ਅਤੇ ਦੂਸਰੇ ਦੇ ਔਗਣ ਜਿਹੜੇ ਹਨ ਉਹਨਾਂ ਨੂੰ ਪ੍ਰਗਟ ਕਰੇ। ਵਾਹਿਗੁਰੂ ਜਿਹੜਾ ਆਪਣੇ ਗੁਣ ਪ੍ਰਗਟ ਕਰੇ ਤੇ ਜਿਹੜਾ ਦੂਸਰਾ ਹੈ ਉਹਦੇ ਔਗਣ ਪ੍ਰਗਟ ਕਰੇ, ਉਹ ਨਹੀਂ ਸਾਨੂੰ ਚੰਗਾ ਲੱਗਦਾ। ਪਰ ਜਿਹੜਾ ਆਪਣੇ ਗੁਣ ਜਿਹੜਾ ਗੁਪਤ ਰੱਖੇ ਤੇ ਦੂਸਰੇ ਦੇ ਜਿਹੜੇ ਔਗਣ ਹਨ ਉਹਨਾਂ ਤੇ ਵੀ ਪਰਦਾ ਪਾ ਕੇ ਰੱਖੇ, ਉਹ ਸਿੱਖ ਸਾਨੂੰ ਚੰਗਾ ਲੱਗਦਾ। ਜਿਹੜਾ ਕਿਸੇ ਦੀ ਬਦਨਾਮੀ ਨਹੀਂ ਕਰਦਾ, ਜਿਹੜਾ ਕਿਸੇ ਦਾ ਪਰਦਾ ਨਹੀਂ ਜ਼ਾਹਰ ਕਰਦਾ, ਜਿਹੜਾ ਕਿਸੇ ਦੇ ਔਗਣਾਂ ਨੂੰ ਜ਼ਾਹਰ ਨਹੀਂ ਕਰਦਾ, ਤੇ ਆਪਣੇ ਭਾਵੇਂ ਬੇਅੰਤ ਵੀ ਗੁਣ ਹੋਣ
ਉਹ ਵੀ ਛੁਪਾ ਕੇ ਰੱਖਦਾ, ਕਿਸੇ ਨੂੰ ਆਪਣੇ ਗੁਣ ਨਹੀਂ ਕਹਿੰਦਾ ਤੇ ਦੂਜੇ ਦੇ ਔਗਣ ਨਹੀਂ ਕਹਿੰਦਾ। ਉਹਨਾਂ ਸਿੱਖਾਂ ਦੇ ਅਸੀਂ ਖੁਸ਼ ਹੁੰਦੇ ਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੱਦਾਂ ਭਜਨ ਵਿਲਾਸ ਹੋਏ ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ, ਹੈ ਸੱਚੇ ਪਾਤਸ਼ਾਹ ਆਪ ਜੀ ਨੇ ਜਿਵੇਂ ਕਿਰਪਾ ਕਰਕੇ ਨਿਹਾਲ ਕੀਤਾ ਹੈ, ਇਵੇਂ ਹੈ ਮਹਾਰਾਜ ਜੀਓ ਆਪ ਜੀ ਦੇ ਵਾਸਤੇ ਇਸ ਇਲਾਕੇ ਦੀ ਸੰਗਤ ਨੇ ਬਾਗ ਲਵਾਇਆ ਹੈ। ਸੁਣ ਕਰ ਸੰਗਤ ਬਾਗ ਬਿਲਾਸ, ਮਹਿਮਾ ਜਾਨੀ ਅੰਧ ਪ੍ਰਕਾਸ਼, ਹਾਥ ਜੋੜ ਪੁਨ ਅਰਜ ਗੁਜ਼ਾਰੀ, ਪੁਰੋ ਭਾਵਨੀ ਪ੍ਰਭੂ ਹਮਾਰੀ। ਹੱਥ ਜੋੜ ਕੇ ਸਿੱਖ ਫਿਰ ਕਹਿਣ ਲੱਗੇ, ਹੈ ਨਾਵੇਂ ਪਾਤਸ਼ਾਹ, हे ਗੁਰੂ ਤੇਗ ਬਹਾਦਰ ਸਾਹਿਬ ਜੀਓ, ਸਾਡੀ ਇੱਕ ਭਾਵਨਾ ਹੈ, ਸਾਡੀ ਇੱਕ ਹੋਰ ਇੱਛਾ ਹੈ, ਸਾਰੇ ਨਗਰ ਨਿਵਾਸੀਆਂ ਦੀ ਆਪ ਕਿਰਪਾ ਕਰਕੇ ਪੂਰੀ ਕਰੋ। ਉਹ ਭਾਵਨਾ ਕੀ ਹੈ ਵੀ ਕਹਿੰਦੇ ਮਹਾਰਾਜ ਜਿੰਨੇ ਵੀ ਸਿੱਖ ਇੱਥੇ ਤੁਹਾਡੀ ਕਿਰਪਾ ਨਾਲ ਅਸੀਂ ਰਹਿੰਦੇ ਹਾਂ ਸਰਾਮ ਦੇ ਵਿੱਚ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਇਕੱਤਰ ਹੋ ਕੇ ਮਹਾਰਾਜ ਤੁਹਾਡੇ ਹਿੱਤ ਬਾਗ ਲਾਇਆ ਹੈ। ਤੁਹਾਡੀ ਉਡੀਕ ਵਿੱਚ ਸੀ ਸੰਗਤ ਸਾਰੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਉਣਗੇ। ਜਦੋਂ ਸਤਿਗੁਰੂ ਜੀ ਆਉਣਗੇ ਉਹਨਾਂ ਵਾਸਤੇ ਸੋਹਣਾ ਤਰ੍ਹਾਂ ਤਰ੍ਹਾਂ ਦੇ ਫਲਾਂ ਵਾਲਾ ਜਿਹੜਾ ਬਾਗ ਹੈ ਉਹ ਮਹਾਰਾਜ ਦੇ ਚਰਨ ਪਵਾ ਕੇ ਹਾਜ਼ਰ ਕਰਾਂਗੇ ਵੀ ਸਤਿਗੁਰੂ ਜੀ ਇਹ ਬਾਗ ਤੁਹਾਡਾ ਹੈ, ਤੁਸੀਂ ਫਲ ਛਕੋ, ਆਪ ਕਿਰਪਾ ਕਰੋ। ਤੇ ਤੁਹਾਡੇ ਵਾਸਤੇ ਸੰਗਤ ਕਹਿਣ ਲੱਗੀ, ਸਿੱਖ ਕਹਿੰਦੇ ਮਹਾਰਾਜ ਅਸੀਂ ਨਗਰ ਤੋਂ ਬਾਰ-ਬਾਰ ਸੋਹਣਾ ਬਾਗ ਲਵਾਇਆ ਏ, ਜਿਹਦੇ ਵਿੱਚ ਆੜੂਆਂ ਦੇ ਦਰਖਤ, ਅਮਰੂਦਾਂ ਦੇ ਬੂਟੇ ਅਤੇ ਅੰਬਾਂ ਦੇ ਮਹਾਰਾਜ ਵੱਡੇ ਵੱਡੇ ਰੁੱਖ ਲਾਏ ਹਨ। ਤੇ ਇਸ ਤਰ੍ਹਾਂ ਪਾਣੀ ਦੇ ਨਾਲ ਹੋਰ ਕਦਲੀ ਦੇ ਮਹਾਰਾਜ ਬੂਟੇ, ਕੇਲਿਆਂ ਦੇ ਬੂਟੇ ਨੇ, ਉਹਨਾਂ ਦੇ ਸਮੇਤ ਸਭ ਨੂੰ ਪਾਣੀ ਦੇ ਨਾਲ ਬੜੀ ਨੀਝ ਲਾ ਕੇ ਬਹੁਤ ਪ੍ਰੇਮ ਕਰਕੇ ਅਸੀਂ ਸਿੰਚਿਆ ਹੈ। ਤੇ ਪਾਤਸ਼ਾਹ ਵੇਖੋ ਤਾਂ ਸਹੀ ਚੱਲ ਕੇ ਬਾਗ ਦੇ ਵਿੱਚ, ਇੱਕ ਤਾਂ ਬਾਗ ਦੇ ਅੰਦਰ ਬਹੁਤ ਸੋਹਣੇ ਫਲਦਾਰ ਦਰਖਤ ਲਾਏ ਨੇ ਤੇ ਉਹਦੇ ਚਾਰ ਚੁਫੇਰੇ ਕੁਝ ਥਾਂ ਮਹਾਰਾਜ ਖੁੱਲੀ ਛੱਡੀ ਹੈ। ਉਹਦੇ ਵਿੱਚ ਬੜਾ ਸੋਹਣਾ ਹਰਿਆ ਘਾਹ ਲੱਗਾ, ਜਿਵੇਂ ਅੱਜ ਕੱਲ੍ਹ ਪਾਰਕਾਂ ਬਣਾਉਂਦੇ ਨੇ ਨਾ, ਘਾਹ ਲਾ ਕੇ ਤੇ ਸੋਹਣਾ ਬਣਾਉਂਦੇ, ਉਸੇ ਤਰ੍ਹਾਂ ਉਹ ਸਿੱਖਾਂ ਨੇ ਬਣਾਇਆ ਬਾਗ। ਤੇ ਬਾਗ ਦੇ ਆਲੇ ਦੁਆਲੇ ਜਗ੍ਹਾ ਛੱਡ ਕੇ ਉੱਥੇ ਬੈਠਣ ਦੇ ਲਈ, ਸੈਰ ਕਰਨ ਦੇ ਵਾਸਤੇ, ਟਹਿਲਣ ਦੇ ਲਈ ਘਾਹ ਲਾਇਆ ਹੈ। ਕਹਿਣ ਲੱਗੇ ਮਹਾਰਾਜ ਚਾਰ ਚੁਫੇਰੇ ਬੜਾ ਸੋਹਣਾ ਹਰਿਆ ਘਾਹ ਲੱਗਾ ਹੋਇਆ ਏ, ਤੇ ਹੇਰਤ ਮਨ ਕੋ ਹਰਤ ਖਰੀ ਹੈ। ਜਦੋਂ ਵੇਖਦੇ ਆ ਉਹ ਜੋ ਬਾਗ ਬਗੀਚੀ ਜੋ ਵਾੜੀ ਲੱਗੀ ਹੈ ਤੇ ਪਾਤਸ਼ਾਹ ਵੇਖਦੇ ਹੀ ਮਨ ਨੂੰ ਹਰ ਲੈਂਦੀ, ਭਾਵ ਮਨ ਨੂੰ ਚੁਰਾਉਂਦੀ ਹੈ, ਮਨ ਮੋਹਿਆ ਜਾਂਦਾ, ਮਨ ਖੁਸ਼ ਹੁੰਦਾ ਹੈ। ਇੱਕ ਪਾਸੇ ਫਲਾਂ ਵਾਲੇ ਬੂਟੇ, ਫਿਰ ਇੱਕ ਪਾਸੇ ਮਹਾਰਾਜ ਘਾਹ ਹੀ ਘਾਹ, ਉਹਦੇ ਵਿੱਚ ਕਈ ਤਰ੍ਹਾਂ ਦੇ ਫੁੱਲਾਂ ਦੇ ਬੂਟੇ ਲੱਗੇ ਹਨ। ਰੰਗਾ ਰੰਗਾਂ ਦੀ ਫੁਲਵਾੜੀ ਲੱਗੀ ਹੈ, ਕਈ ਕਿਸਮਾਂ ਦੇ ਵਿੱਚ ਉਸ ਦੇ ਫੁੱਲ ਲਾਏ ਹੋਏ ਹਨ। ਬਹੁਤ ਮਹਾਰਾਜ ਜੀ ਵਾਰ-ਵਾਰ ਕਰਕੇ ਭਾਵ ਕੇ ਨਿਤ ਹੀ ਸਾਂਭ ਸੰਭਾਲ ਕਰਕੇ ਪਾਣੀ ਲਾ ਲਾ ਕੇ ਉਹਦੀ ਪਾਲਣਾ ਕੀਤੀ ਅਸੀਂ ਬਾਗ ਤੇ ਬਗੀਚੀ ਦੀ। ਤੇ ਉਹਦੇ ਵਿੱਚ ਮਹਾਰਾਜ ਸਾਹਿਬ ਜੀ ਚਾਰ ਨੁਕਰੇ ਥੜੇ ਬਣਾਏ ਨੇ ਬੈਠਣ ਦੇ ਵਾਸਤੇ, ਵੀ ਟਹਿਲਦਿਆਂ ਜੇ ਬੈਠਣ ਨੂੰ ਮਨ ਕਰੇ ਤਾਂ ਉਹਦੇ ਉੱਪਰ ਆਪ ਜੀ ਬਿਰਾਜਮਾਨ ਹੋਵੋ। ਤੇ ਹੋਰ ਵੀ ਸਫਲ ਔਰ ਤਰ, ਸਫਲ ਤੋਂ ਭਾਵ ਹੁੰਦਾ ਫਲਾਂ ਵਾਲੇ, ਸ਼ਹਿਦ ਫਲਾਂ ਦੇ। ਇੱਕ ਤਾਂ ਆਮ ਆਪਾਂ ਬੂਟੇ ਰੁੱਖ ਲਾਉਂਦੇ ਆ, ਇੱਕ ਜਿਨ੍ਹਾਂ ਨੂੰ ਫਲ ਹੀ ਲੱਗਦੇ ਨੇ। ਤੇ ਸਿੱਖ ਬੇਨਤੀ ਕਰਦੇ ਪਾਤਸ਼ਾਹ ਹੋਰ ਵੀ ਕਈ ਫਲਦਾਰ ਬੂਟੇ ਅਨੇਕਾਂ ਰੰਗਾਂ ਦੇ, ਅਨੇਕਾਂ ਕਿਸਮਾਂ ਦੇ ਲੱਗੇ ਆ, ਕਿਹੜਾ ਕਿਹੜਾ ਗਿਣ ਕੇ ਦਸੀਏ, ਆਪ ਬਸ ਚਰਨ ਪਾ ਕੇ ਸੇਵਾ ਸਫਲ ਕਰੋ। ਤਾਂ ਬੇਨਤੀ ਕਰਦੇ ਨੇ ਸਿੱਖ ਤੁਹਾਡੇ ਵਾਸਤੇ ਜਿਹੜਾ ਬਾਗ ਲਾਇਆ ਉਹਦੇ ਵਿੱਚ ਮਹਾਰਾਜ ਜੀ ਚਰਨ ਪਾ ਕਰਕੇ ਤੇ ਸਾਡੀ ਘਾਲ ਕਮਾਈ ਸਫਲ ਕਰੋ। ਜੋ ਫਲਾਂ ਦਾ ਬਾਗ ਲੱਗਾ ਹੈ ਉਹਨੂੰ ਤੁਸੀਂ ਸਫਲ ਬਾਗ ਨੂੰ ਸਫਲਿਆਂ ਕਰਦੇ ਹੋ ਆਪ ਚੱਲ ਕੇ,
ਕਿਉਂਕਿ ਜਿੰਨਾ ਚਿਰ ਤੁਸੀਂ ਮਹਾਰਾਜ ਉੱਥੇ ਚਰਨ ਨਹੀਂ ਪਾਉਂਦੇ ਤਾਂ ਉਹ ਬਾਗ ਸਾਡੇ ਕਿਸੇ ਕੰਮ ਨਹੀਂ। ਤੁਹਾਡੇ ਚਰਨ ਪੈਣ ਨਾਲ ਭਾਗਾ ਭਰਿਆ ਬਾਗ ਹੋ ਜਾਵੇਗਾ। ਇਵੇਂ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਤਾਂ ਬੇਨਤੀ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੀ ਸੰਗਤ ਦੀ ਪ੍ਰੀਤ ਵੇਖੀ ਵੀ ਕਿੰਨਾ ਸਾਡੇ ਨਾਲ ਪ੍ਰੇਮ ਹੈ। ਇੱਕ ਤਾਂ ਪ੍ਰੇਮ ਹੈ, ਫਿਰ ਭਰੋਸਾ ਕਿੰਨਾ ਹੈ ਵੀ ਗੁਰੂ ਸਾਹਿਬ ਜ਼ਰੂਰ ਆਉਣਗੇ ਇੱਥੇ। ਜਦੋਂ ਆਉਣਗੇ ਅਸੀਂ ਬਾਗ ਵਿੱਚ ਉਹਨਾਂ ਨੂੰ ਲੈ ਕੇ ਜਾਵਾਂਗੇ, ਫਲ ਛਕਾਵਾਂਗੇ। ਐਸੇ ਸਿੱਖਾਂ ਦੇ ਹਿਰਦੇ ਦਾ, ਸੰਗਤ ਦੇ ਹਿਰਦੇ ਦਾ ਬਹੁਤਾ ਪ੍ਰੇਮ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸੇ ਵੇਲੇ ਚਾਚੇ ਫੱਗੋ ਸਿੱਖ ਦੇ ਘਰ ਵਿੱਚ ਜਿੱਥੇ ਮਹਾਰਾਜ ਘੋੜੇ ਤੇ ਚੜੇ ਚੜਾਇਆ ਪ੍ਰਵੇਸ਼ ਕੀਤੇ ਸਨ। ਘੋੜੇ ਤੇ ਕਾਠੀ ਪਵਾਈ ਹੈ, ਚੱਲਣ ਵਾਸਤੇ ਤਿਆਰ ਹੋਏ। ਮਹਾਰਾਜ ਚੱਲੇ ਨੇ, ਸਿੱਖਾਂ ਨੂੰ ਕਹਿੰਦੇ ਚਲੋ ਭਾਈ ਜਿੱਥੇ ਤੁਸੀਂ ਲੈ ਕੇ ਜਾਣਾ ਸਾਨੂੰ ਸਾਡੇ ਨਾਲ ਚੱਲੋ। ਘੋੜੇ ਤੇ ਸਵਾਰ ਹੋ ਕੇ ਨਵੇਂ ਪਾਤਸ਼ਾਹ ਸ਼ਹਿਰ ਤੋਂ ਬਾਹਰ ਨਗਰ ਤੋਂ ਉਸ ਪਾਸੇ ਨੂੰ ਚੱਲੇ ਹਨ ਜਿੱਥੇ ਸਿੱਖਾਂ ਨੇ ਤਰ੍ਹਾਂ ਤਰ੍ਹਾਂ ਦੇ ਫੁੱਲ ਤੇ ਫਲਾਂ ਦੇ ਬਾਗ ਬਗੀਚੇ ਲਾਏ ਨੇ। ਅੱਗੇ ਅੱਗੇ ਸਿੱਖ ਕੀਰਤਨ ਕਰਦੇ, ਗੁਰਬਾਣੀ ਦੇ ਸ਼ਬਦ ਪੜ੍ਹਦੇ, ਗੁਰਬਾਣੀ ਦਾ ਕੀਰਤਨ ਚਾਅ ਦੇ ਨਾਲ ਕਰਦੇ ਹੋਏ ਜਾ ਰਹੇ ਨੇ। ਪਿੱਛੇ ਸਤਿਗੁਰੂ ਘੋੜੇ ਤੇ ਸਵਾਰ ਜਾ ਰਹੇ ਹਨ। ਬਹੁਤ ਹੀ ਸਿੱਖ ਸੰਗਤ ਭਜਨ ਕੀਰਤਨ ਕਰ ਰਹੀ ਹੈ ਪਾਤਸ਼ਾਹ ਦੇ ਨਾਲ। ਇੱਕ ਨਗਰ ਕੀਰਤਨ ਦਾ ਹੀ ਮਾਹੌਲ ਬਣ ਗਿਆ। ਅੱਗੇ ਅੱਗੇ ਸਿੱਖ ਸ਼ਬਦ ਪੜ੍ਹ ਰਹੇ ਨੇ, ਮਹਾਰਾਜ ਘੋੜੇ ਤੇ ਸਵਾਰ ਹਨ। ਹੋਰ ਨਗਰ ਦੇ ਮਾਈ ਭਾਈ ਬੱਚੇ ਬਜ਼ੁਰਗ ਸੰਗਤ ਉਹ ਵੀ ਪਿੱਛੇ ਪਿੱਛੇ ਜਾ ਰਹੀ ਹੈ। ਤੇ ਜਿੱਧਰ ਸਤਿਗੁਰੂ ਸਾਹਿਬ ਲਈ ਬਾਗ ਲਾਇਆ ਉਸ ਪਾਸੇ ਨੂੰ ਤੁਰੇ ਜਾ ਰਹੇ ਨੇ ਕੀਰਤਨ ਕਰਦੇ ਆ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਨੇ ਤੇ ਸਤਿਗੁਰਾਂ ਦੇ ਦਰਸ਼ਨ ਕਰਦੇ ਹੋਏ ਸਿੱਖ ਵੀ ਵਿਚਰ ਰਹੇ ਹਨ। ਇਸ ਤਰ੍ਹਾਂ ਥੋੜੇ ਸਮੇਂ ਦੇ ਵਿੱਚ ਹੀ ਪੈਂਡਾ ਤੈਅ ਕਰਕੇ ਜਿੱਥੇ ਬਾਗ ਲੱਗਾ ਹੈ ਸਤਿਗੁਰੂ ਸਾਹਿਬ ਘੋੜੇ ਦੇ ਸਵਾਰ ਹੋ ਬਾਗ ਵਿੱਚ ਪਹੁੰਚ ਗਏ। ਚਾਰ ਸਪੇਰੇ ਮਹਾਰਾਜ ਦੇ ਸਿੱਖ ਖਲੋਤੇ ਨਾਲ ਆ ਰਹੇ ਨੇ, ਤੁਰੇ ਆ ਰਹੇ ਨੇ ਵਾਹਿਗੁਰੂ। ਤੇ ਜਦੋਂ ਸਤਿਗੁਰਾਂ ਘੋੜਾ ਖੜਾਇਆ ਸਿੱਖ ਵੀ ਨਾਲ ਖਲੋ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੀ ਜੈ ਹੋਵੇ, ਮਹਾਰਾਜ ਤੁਹਾਡੀ ਜੈ ਜੈਕਾਰ ਹੋਵੇ, ਇਸ ਤਰ੍ਹਾਂ ਦੇ ਸ਼ਬਦ ਉਚਾਰਦੇ ਹਨ। ਜਿੱਥੇ ਬੜੇ ਸੋਹਣੇ ਸੋਹਣੇ ਬੈਠਣ ਵਾਸਤੇ ਅਸਥਾਨ ਬਣਾਏ ਸੀ ਇਸ ਸਰਾਮ ਪਿੰਡ ਦੇ ਨਗਰ ਦੇ ਸਿੱਖਾਂ ਨੇ। ਉੱਥੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਤਾਰਾ ਕਰਾਇਆ ਵੀ ਮਹਾਰਾਜ ਆਓ ਆਪ ਜੀ ਕਿਰਪਾ ਕਰੋ। ਆ ਸੋਹਣਾ ਵੇਖੋ ਚਾਰ ਸਪੇਰੇ ਘਾਹ ਖਲੋਤਾ, ਵਿੱਚ ਕਿੱਡੇ ਸੋਹਣੇ ਥੜੇ ਬਣੇ ਆ, ਫੁੱਲ ਲੱਗੇ ਆ। ਆਪ ਇੱਥੇ ਪਾਤਸ਼ਾਹ ਜੀ ਉਹ ਕੁਝ ਸਮਾਂ ਵਿਸ਼ਰਾਮ ਕਰੋ। ਉਸੇ ਵੇਲੇ ਜਿਹੜਾ ਸੋਹਣਾ ਪਲੰਗ ਭਾਈ ਫੱਗੋ ਸਿੱਖ ਨੇ ਬਣਵਾਇਆ ਸੀ ਆਪਣੇ ਘਰੋਂ ਨਾਲ ਹੀ ਚੁੱਕ ਕੇ ਲੈ ਆਏ ਤੇ ਸਤਿਗੁਰਾਂ ਦੇ ਬੈਠਣ ਦੇ ਲਈ ਸੋਹਣੀ ਵਿਛਾਈ ਦੇ ਸਮੇਤ ਪਲੰਗਾ ਵਿਛਾ ਦਿੱਤਾ, ਢਾਹ ਦਿੱਤਾ ਮਹਾਰਾਜ ਦੇ ਬੈਠਣ ਹਿੱਤ। ਤੇ ਸੰਗਤ ਦੇ ਬੈਠਣ ਵਾਸਤੇ ਜਿੱਥੇ ਸਤਿਗੁਰੂ ਦਾ ਪਲੰਗਾ ਡਾਇਆ ਹੈ ਉਹਦੇ ਚਾਰ ਸਫੇਰੇ ਫਰਸ਼ ਤੋਂ ਭਾਵ ਕੇ ਗਲੀਚੇ ਚਾਦਰਾਂ ਦਰੀਆਂ ਵਿਛਾ ਦਿੱਤੀਆਂ ਵੀ ਸੰਗਤ ਵੀ ਇੱਥੇ ਬੈਠ ਸਕੇ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਪ੍ਰੇਮ ਤਾਂ ਭਜਨ ਆਨੰਦ ਕਰਤ ਤੈ ਬੈਸੇ। ਮਹਾਰਾਜ ਪਲੰਗੇ ਦੇ ਬਿਰਾਜਮਾਨ ਹੋ ਗਏ। ਸਿੱਖ ਸੰਗਤਾਂ ਭਜਨ ਕੀਰਤਨ ਕਰ ਰਹੀਆਂ ਨੇ, ਨਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਸੰਗਤ ਕਰਕੇ ਆਨੰਦ ਮਾਣ ਰਹੀਆਂ ਹਨ। ਤੇ ਜਿਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਬਹੁਤ ਹੀ ਸੋਹਣਾ ਇੱਥੇ ਪੜਿਓ ਫਿਰ ਜਿਵੇਂ ਕਹਿੰਦੇ ਵੀ ਰਾਮਚੰਦਰ ਜੀ ਬਹੁਤੇ ਲਿਖੀਆਂ ਮਹਾਤਮਾ ਵਿੱਚ ਬੈਠੇ ਹੋਣ ਇਸ ਤਰ੍ਹਾਂ ਮਹਾਰਾਜ ਸ਼ੋਭਾ ਪਾ ਰਹੇ ਹਨ। ਜਿਹੜਾ ਬਾਗ ਦੀ ਸੰਭਾਲ ਕਰਨ ਲਈ ਮਾਲੀ ਰੱਖਿਆ ਸੀ ਸਿੱਖ ਸੰਗਤਾਂ ਨੇ ਉਹ ਬਹੁਤ ਸੋਹਣੇ ਫੁੱਲਾਂ ਦੀ ਵੱਡੀ ਮਾਲਾ ਬਣਾ ਕੇ ਲੈ ਆਇਆ ਜਿਹਦੇ ਵਿੱਚ ਹੋਰ ਵੀ ਅਨੇਕਾਂ ਤਰ੍ਹਾਂ ਦੇ ਰੰਗਾਂ ਦੇ ਫੁੱਲ
ਜੜੇ ਹੋਏ ਹਨ, ਕੁਝ ਹਾਰ ਦੇ ਵਿੱਚ ਪਰੋਤੇ ਨੇ, ਕੁਝ ਉਵੇਂ ਖੁੱਲੇ ਮਹਾਰਾਜ ਨੂੰ ਭੇਟਾ ਕਰਨ ਨਹੀਂ ਲਿਆਂਦੇ। ਫਿਰ ਬਾਗ ਦੇ ਵਿੱਚੋਂ ਫਲ ਤੋੜ ਕੇ ਲਿਆਇਆ, ਕੋਈ ਮਿੱਠੀ ਕਿਸਮ ਦਾ ਹੈ, ਕੋਈ ਤੁਲਸੀ ਖੱਟ ਮਿੱਠੇ ਜਿਵੇਂ ਆੜੂ ਖੱਟ ਮਿੱਠੇ ਹੁੰਦੇ ਆ, ਇਸ ਤਰ੍ਹਾਂ ਦੇ ਖੱਟ ਮਿੱਠੇ ਫਲ ਅਤੇ ਬਿਲਕੁਲ ਮਿੱਠੇ ਫਲ, ਅਨੇਕਾਂ ਤਰ੍ਹਾਂ ਦੇ ਫੁੱਲ ਮਾਲੀ ਤੋੜ ਕੇ ਟੋਕਰੀਆਂ ਦੇ ਵਿੱਚ ਸਜਾ ਕੇ ਗੁਰੂ ਸਾਹਿਬ ਦੇ ਕੋਲ ਲੈ ਆਇਆ। ਗਿਆਨ ਦੇ ਸਮੁੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਰੱਖ ਕੇ ਕਿਹਾ, ਮਹਾਰਾਜ ਆਇਆ ਆਪ ਦੀਆਂ ਨਿਮਾਣੀਆਂ ਸੰਗਤਾਂ ਦੀ ਭੇਟਾ ਹੈ, ਇਹ ਫੁੱਲ ਨੇ, ਤਰ੍ਹਾਂ ਤਰ੍ਹਾਂ ਦੇ ਫਲ ਨੇ, ਆਪ ਜੀ ਅੰਗੀਕਾਰ ਕਰੋ, ਪ੍ਰਵਾਨ ਕਰੋ। ਤੇ ਫਿਰ ਸਤਿਗੁਰੂ ਸਾਹਿਬ ਜੀ ਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਰੁੱਖ ਲਾਏ ਨੇ ਬਾਗ ਤੇ ਬਗੀਚੇ ਵਿੱਚ, ਸੈਰ ਕਰਦੇ ਆ ਕੁਝ ਸਮਾਂ ਮਹਾਰਾਜ ਟਹਿਲੇ, ਤਾਂ ਟਹਿਲਦਿਆਂ ਹੋਇਆਂ ਮਹਾਰਾਜ ਨੂੰ ਵੇਖੋ ਪਾਤਸ਼ਾਹ ਆ ਅੰਬ ਦਾ ਰੁੱਖ ਕਿੱਡਾ ਸੋਹਣਾ ਹੈ, ਆ ਆੜੂ ਹੈ, ਇਹ ਕੇਲੇ ਨੇ, ਆ ਹੋਰ ਮਹਾਰਾਜ ਫਲਦਾਇਕ ਇਹ ਲੀਚੀਆਂ ਨੇ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਨਾਲ ਜਾ ਕੇ ਮਹਾਰਾਜ ਨੂੰ ਬਾਗ ਦੇ ਸਾਰੇ ਹੀ ਦਰਖਤ ਰੁੱਖ ਵਿਖਾਏ ਨੇ, ਜਿਹੜੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰੇਮ ਕਰਕੇ ਲਾਏ ਸਨ। ਸਾਰਾ ਬਾਗ ਹੀ ਨਾਵੇਂ ਪਾਤਸ਼ਾਹ ਜੀ ਦੀ ਖੁਸ਼ੀ ਲੈਣ ਲਈ ਲਾਇਆ ਸਿੱਖਾਂ ਨੇ। ਤੇ ਫਿਰ ਵਿੱਚ ਪਾਣੀ ਦੀਆਂ ਖਾਲੀਆਂ ਪੱਟ ਕੇ, ਖਾਲ ਬਣਾ ਕੇ 4 ਚੁਫੇਰੇ ਉਹਦੇ ਵਿੱਚ ਪਾਣੀ ਚਲਾਇਆ, ਇਸ ਹਿਸਾਬ ਨਾਲ ਵੀ ਸੋਹਣਾ ਵਾਤਾਵਰਨ ਲੱਗੇ ਵੇਖਣ ਵਿੱਚ ਵੀ, ਅਤੇ ਮਨ ਵੀ ਇੱਥੇ ਕੁਝ ਸਮਾਂ ਠਹਿਰਨ ਨੂੰ ਕਰੇ। ਇਵੇਂ ਨਹਿਰਾਂ ਦੀਆਂ ਨਿੱਕੀਆਂ ਨਿੱਕੀਆਂ ਬਣਾਈਆਂ ਖਾਲੀਆਂ, ਉਹਦੇ ਵਿੱਚ ਪਾਣੀ ਚਲਾਇਆ ਹੈ, ਵਿੱਚ ਬਾਗ ਦੇ 4 ਚੁਫੇਰੇ, ਵਿੱਚ ਬਗੀਚੀਆਂ ਦੇ, ਉਹ 'ਚੋਂ ਹੀ ਜੇ ਕਿਸੇ ਨੂੰ ਪਾਣੀ ਦੇਣਾ ਤਾਂ ਲਾ ਕਰਕੇ ਇੱਕ ਪਾਸੇ ਤੋਂ ਨੱਕਾ ਤੇ ਮੋੜ ਕੇ ਵੱਢ ਕੇ ਖਾਲ ਦੀ ਵੱਟ ਤੇ ਰੁੱਖਾਂ ਨੂੰ ਵੀ ਪਾਣੀ ਦੇਈ ਜਾਂਦੇ ਨੇ। ਜਦੋਂ ਪਾਣੀ ਦਿੱਤਾ ਜਾਂਦਾ ਫਿਰ 4 ਚੁਫੇਰੇ ਪਾਣੀ ਘੁੰਮਦਾ ਹੈ ਵਿੱਚ, ਵੇਖ ਕਰਕੇ ਮਨ ਮੋਹਿਆ ਜਾਂਦਾ ਹੈ। ਤੇ 4 ਚੁਫੇਰੇ ਜਿਹੜਾ ਦੂਰਬਾ, ਜਿਹੜਾ ਹਰਿਆ ਤਿਲਾਂ ਵਾਲਾ ਘਾਹ ਸੋਹਣਾ ਲੱਗੇ, ਉਹਦਾ ਛਿੜਕਾਅ ਕੀਤਾ, ਭਾਵ 4 ਚੁਫੇਰੇ ਥਾਂ ਖੁੱਲੀ ਛੱਡ ਕੇ ਬਾਗ ਦੇ, ਇਹ ਵਿਚਕਾਏ ਬਾਗ ਹੈ, ਬਾਗ ਦੇ 4 ਚੁਫੇਰੇ ਥਾਂ ਖੁੱਲੀ ਛੱਡੀ ਹੈ, ਉੱਥੇ ਘਾਹ ਲਾਇਆ, ਬਗੀਚੀ ਲਾਈਏ। ਸੋ ਇਸ ਪ੍ਰਕਾਰ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪ ਨਾਲ ਚੱਲ ਕੇ ਵੇਖ ਰਹੇ ਨੇ। ਵੇਲਣ ਕੇ ਬਸਤਾਰ ਬਡੇਰੇ, ਫਿਰ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੀਆਂ ਵੇਲਾਂ, ਤੇ ਜਿਨ੍ਹਾਂ ਨੂੰ ਹੋਰ ਕੋਈ ਸਬਜ਼ੀਆਂ ਭਾਜੀਆਂ ਲੱਗਦੀਆਂ, ਉਹ ਵੀ ਵੇਲਾਂ ਦਾ ਵਿਸਥਾਰ ਕੀਤਾ। ਸਾਰੀ ਸੰਗਤ ਨਾਲ ਨਾਲ ਚੱਲ ਰਹੀ ਹੈ, ਗੁਰੂ ਤੇਗ ਬਹਾਦਰ ਸਾਹਿਬ ਵੀ ਟਹਿਲ ਰਹੇ ਨੇ, ਤੇ ਸੰਗਤ ਦੇ ਸਵੇਰ ਹੀ ਸਾਰਾ ਬਾਗ ਬਗੀਚਾ ਵੇਖ ਰਹੇ ਹਨ। ਇਸ ਤਰ੍ਹਾਂ ਸਾਰਾ ਦਿਨ ਮਹਾਰਾਜ ਨੇ ਸੰਗਤ ਦਾ ਪ੍ਰੇਮ ਮੁੱਖ ਰੱਖ ਕੇ ਉਸ ਬਾਗ ਦੇ ਵਿੱਚ ਨਿਵਾਸ ਕੀਤਾ, ਤੇ ਬੜੇ ਪ੍ਰੇਮ ਦੇ ਨਾਲ ਮਹਾਰਾਜ ਸਾਹਿਬ ਜੀ ਵੇਖ ਰਹੇ ਨੇ। ਕਿਉਂਕਿ ਸਤਿਗੁਰਾਂ ਨੂੰ ਭਾਵੇਂ ਇਹਨਾਂ ਚੀਜ਼ਾਂ ਦੀ ਖਾਹਿਸ਼ ਕੋਈ ਨਹੀਂ, ਪਰ ਸਤਿਗੁਰੂ ਜੀ ਸੰਗਤ ਦਾ ਪ੍ਰੇਮ ਪੂਰਾ ਕਰਨ ਦੇ ਲਈ, ਸੰਗਤ ਦੀ ਭਾਵਨਾ ਪੂਰੀ ਕਰਨ ਵਾਸਤੇ ਵੀ ਸਿੱਖ ਖੁਸ਼ ਹੋਣ, ਸੰਗਤ ਖੁਸ਼ ਹੋਵੇ, ਇਸ ਕਰਕੇ ਹੇਰ ਹੇਰ ਸੰਗਤ ਅਨੁਰਾਗ ਕਰੀ ਭਾਵਨਾ ਪੂਰਨ ਨੀਕੇ। ਮਹਾਰਾਜ ਸਾਹਿਬ ਨੇ ਸੰਗਤ ਦਾ ਪ੍ਰੇਮ ਵੇਖ ਕੇ ਕਰੀ ਭਾਵਨਾ ਪੂਰਨ ਨੀਕੇ, ਸਾਰਿਆਂ ਦੀ ਚੰਗੀ ਤਰ੍ਹਾਂ ਭਾਵਨਾ ਪੂਰੀ ਕਰ ਦਿੱਤੀ। ਜਿੱਥੇ ਜਿੱਥੇ ਵੀ ਕਿਸੇ ਨੇ ਆਖਿਆ ਮਹਾਰਾਜ ਇੱਧਰ ਆਓ ਇੱਧਰ ਆਓ, ਸਭ ਪਾਸੇ ਮਹਾਰਾਜ ਗਏ ਨਾਲ। ਜੋ ਵੀ ਚਿੱਤ ਦੇ ਵਿੱਚ ਕਿਸੇ ਨੇ ਮਨੋਰਥ ਰੱਖਿਆ ਇਸ ਸੇਵਾ ਦੇ ਪਿੱਛੇ, ਤੇ ਉੱਤ ਨਿਜ ਦ੍ਰਿਸ਼ਟੀ ਕੋ ਪ੍ਰੇਰਿਤ, ਤੇ ਮਹਾਰਾਜ ਸਭ ਦੀਆਂ ਭਾਵਨਾ ਦਿਲ ਦੀਆਂ ਪੂਰੀਆਂ ਕਰਦੇ ਨੇ। ਆਪਣੀ ਨਿਗਾਹ ਦੇ ਨਾਲ, ਦ੍ਰਿਸ਼ਟੀ ਨਾਲ ਇੱਧਰ ਉੱਧਰ ਤੱਕਦੇ ਹਨ। 4 ਚੁਫੇਰੇ ਬਾਗ ਦੀ ਜਿੰਨੀ ਵੀ ਰਚਨਾ ਬਣਾਈ ਹੈ, ਸਭ ਮਹਾਰਾਜ ਸਿੱਖਾਂ ਦਾ ਪ੍ਰੇਮ ਜਾਣ ਕੇ ਵੇਖਦੇ ਹਨ। ਸਤਿਗੁਰਾਂ ਨੇ ਵੇਖਿਆ ਵੀ ਇਹ ਸਿੱਖ ਸਾਡੇ ਨਾਲ ਬਹੁਤਾ ਪ੍ਰੇਮ ਕਰਦੇ, ਨੇਹੋਂ ਕਰ ਰਹੇ ਹਨ, ਤੇ ਸੰਗਤ ਦਾ ਪ੍ਰੇਮ ਵੇਖ ਕੇ ਸਸਰਾਮ ਨਗਰ ਦੀ ਸੰਗਤ ਮਹਾਰਾਜ ਸਾਹਿਬ ਕਹਿਣ ਲੱਗੇ, ਸਿੱਖੋ ਤੁਸੀਂ ਨਿਹਾਲ ਹੋ ਗਏ,
ਤੁਹਾਡੇ ਦੇ ਸਾਡੀ ਖੁਸ਼ੀ ਹੈ, ਤੁਹਾਡੀ ਭਾਵਨਾ ਵੇਖ ਕੇ ਅਸੀਂ ਤੁਹਾਡੇ ਦੇ ਆਨੰਦ ਪ੍ਰਸੰਨ ਹਾਂ। ਸੰਜ ਪਹਿਲੇ ਸੰਗਤ ਸੰਗ ਐਵੇਂ ਵਾਰ ਲੈ ਰਿਹਾ ਵੀ ਤੁਹਾਡੇ ਸਭ ਦੁੱਖ ਕੱਟੇ ਗਏ। ਸ਼ਾਮ ਦਾ ਸੰਧਿਆ ਦਾ ਸਮਾਂ ਹੋਇਆ, ਪਿਛਲਾ ਜਿਹਾ ਪਹਿਰ, ਤੇ ਐਸ ਕਵੇਲੇ ਨੂੰ ਮਹਾਰਾਜ ਜੀ ਨੂੰ ਫਿਰ ਬਾਗ ਦੇ ਵਿੱਚੋਂ ਧਰਮਸ਼ਾਲਾ ਵਿੱਚ ਲੈ ਆਏ। ਸਤਿਗੁਰੂ ਘੋੜੇ ਤੇ ਸਵਾਰ ਹੋਏ ਨੇ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਚਲੋ ਨਗਰ ਵਿੱਚ ਹੀ ਚੱਲੀਏ ਹੁਣ ਆਪਾਂ। ਸਹਿਜੇ ਸਹਿਜੇ ਚੱਲਦੇ ਹੋਏ ਮਹਾਰਾਜ ਸਾਹਿਬ ਜੀ ਸੰਗਤ ਦੇ ਸਮੇਤ ਨਗਰ ਦੇ ਵਿੱਚ ਆ ਗਏ। ਅਨੇਕ ਤਰ੍ਹਾਂ ਦੇ ਮਨ ਭਾਉਂਦੇ ਸਿੱਖ ਸੇਵਕ ਉਤਸਵ ਕਰ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ ਗੁਰਬਾਣੀ ਦੇ ਸ਼ਬਦ ਪੜ੍ਹ ਕਰਕੇ। ਜਿੱਥੇ ਸਾਰੇ ਪਿੰਡ ਦੀ ਸੰਗਤ ਦੀ ਸਾਂਝੀ ਜਗ੍ਹਾ ਬਣਾਈ ਹੋਈ ਸੀ ਧਰਮਸ਼ਾਲਾ। ਧਰਮਸ਼ਾਲਾ ਦੇ ਵਿੱਚ ਜਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਤਾਰਾ ਕੀਤਾ ਵੀ ਸਤਿਗੁਰੂ ਜੀ ਆਪ ਇੱਥੇ ਚਰਨ ਪਾਵੋ। ਜੋ ਸਾਰੀਆਂ ਸਿੱਖ ਸੰਗਤਾਂ ਨੇ ਨੇਤੀ ਸੁਬਾਹ ਸਵੇਰੇ ਤੇ ਸ਼ਾਮ ਮਿਲ ਕਰਕੇ ਰੱਬ ਦੀ ਵਡਿਆਈ ਕਰਨ ਲਈ, ਭਜਨ ਕੀਰਤਨ ਬੰਦਗੀ ਕਰਨ ਦੇ ਲਈ ਸਾਂਝਾ ਥਾਂ ਕਾਇਮ ਕੀਤਾ ਸੀ ਧਰਮਸ਼ਾਲਾ। ਉਹ ਸੰਗਤ ਦਾ ਬਣਾਇਆ ਹੋਇਆ ਸਥਾਨ, ਉਹਦੇ ਵਿੱਚ ਮਹਾਰਾਜ ਸਾਹਿਬ ਦਾ ਉਤਾਰਾ ਕਰਵਾਇਆ ਏ। ਬੜੇ ਸੋਹਣੇ ਪਲੰਘੇ ਦੇ ਉੱਤੇ ਵਿਛਾਈ ਕੀਤੀ ਹੈ ਤੇ ਗਰੀਬ ਨਵਾਜ ਉਹਦੇ ਉੱਤੇ ਬਿਰਾਜਮਾਨ ਹੋ ਗਏ। ਸਿੱਖ ਦਰਸ਼ਨ ਕਰਦੇ ਨੇ, ਦਰਸ਼ਨ ਕਰਕੇ ਹੀ ਨਾਵੇਂ ਪਾਤਸ਼ਾਹ ਦੇ ਸਮੂਹ ਪਾਪ ਨਾਸ਼ ਹੋ ਰਹੇ ਹਨ। ਤੇ ਜਦੋਂ ਸਾਧ ਸੰਗਤ ਜੀ ਰਾਤ ਦਾ ਸਮਾਂ ਹੋ ਗਿਆ, ਉਸ ਵੇਲੇ ਵੀ ਮੰਗਲਾਚਾਰ ਕਰਦੇ ਗੁਰਬਾਣੀ ਦੇ ਸ਼ਬਦ ਪੜ੍ਹ ਰਹੇ ਹਨ। ਅਨੇਕ ਤਰ੍ਹਾਂ ਦੀਆਂ ਸੁਗੰਧੀਆਂ ਦੇ ਸਹਿਤ ਬਣਾਇਆ ਹੋਇਆ ਧੂਫ ਖਾਂਦੇ ਨੇ। ਮਹਾਰਾਜ ਸਾਹਿਬ ਜੀ ਦੇ ਕੋਲ ਬੈਠ ਕੇ ਸ਼ਬਦ ਪੜ੍ਹਦੇ ਹਨ ਤੇ ਬੜਾ ਹੀ ਆਨੰਦ ਮਾਣਦੇ ਨੇ ਦਰਸ਼ਨ ਕਰਕੇ। ਦੇਸੀ ਘਿਓ ਦੇ ਦੀਵੇ ਬਾਲ ਕੇ ਨਾਵੇਂ ਪਾਤਸ਼ਾਹ ਦੀ ਆਰਤੀ ਕੀਤੀ ਸੰਗਤ ਨੇ। ਤੇ ਜਦੋਂ ਆਰਤੀ ਦੇ ਸ਼ਬਦ ਗਾਇਨ ਕੀਤੇ, ਉਸ ਵੇਲੇ ਬਹੁਤ ਸੰਖਾਂ ਦੀ ਧੁਨੀ ਦੂਰ ਤਾਈਂ ਸੁਣਾਈ ਦਿੱਤੀ। ਸੰਖ ਵੱਜੇ, ਹੋਰ ਨਰ ਸਿੰਘਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਬਹੁਤ ਫੁੱਲ ਲੈ ਕੇ ਵਰਖਾ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ। ਤੇ ਮਹਾਰਾਜ ਸਾਹਿਬ ਜੀ ਦੇ ਗਲੇ ਦੇ ਵਿੱਚ ਫੁੱਲਾਂ ਦੀਆਂ ਮਾਲਾ ਗੁੰਦ ਗੁੰਦ ਕੇ ਸਿੱਖ ਪਾਉਂਦੇ ਹਨ। ਇਸ ਤਰ੍ਹਾਂ ਬਹੁਤ ਹੀ ਭਾਵਨਾ ਨਾਲ ਸ਼ਬਦ ਕੀਰਤਨ ਕੀਤਾ ਧਰਮਸ਼ਾਲਾ ਦੇ ਵਿੱਚ। ਮਾਨੋ ਵੀ ਰਹਿਣ ਸੁਭਾਈ ਕੀਰਤਨ ਹੋਣ ਲੱਗ ਪਿਆ। ਕੀਰਤਨ ਹੋਆ, ਰਹਿਣ ਸੁਭਾਈ, ਸਾਰੀ ਰਾਤ ਹੀ ਕੀਰਤਨ ਹੁੰਦਾ ਰਿਹਾ। ਤੇ ਸਿੱਖਾਂ ਨੂੰ ਇਸ ਵੀ ਆ ਬੜਾ ਸੁਭਾਗ ਸਮਾਂ ਮਿਲਿਆ। ਹੁਣ ਅਸੀਂ ਅਜਾਈ ਨਹੀਂ ਜਾਣ ਦੇਣਾ। ਸਾਰੇ ਹੀ ਨਗਰ ਦੇ ਸ਼ਹਿਰ ਦੇ ਸਿੱਖ ਸਾਰੀ ਰਾਤ ਜਾਗਦੇ ਰਹੇ ਗੁਰਾਂ ਦੇ ਪਾਸ। ਅਨੇਕਾਂ ਤਰ੍ਹਾਂ ਦੇ ਭੋਜਨ ਵੀ ਮਹਾਰਾਜ ਜੀ ਦੇ ਵਾਸਤੇ ਲੰਗਰ ਵਿੱਚ ਤਿਆਰ ਕੀਤੇ। ਕੋਈ ਮਿੱਠੇ, ਕੋਈ ਲੂਣ ਵਾਲੇ, ਕੋਈ ਖੱਟ ਮਿੱਠੇ ਦੇ 6 ਤਰ੍ਹਾਂ ਦੇ ਰਸ ਹੁੰਦੇ ਨੇ। 6 ਤਰ੍ਹਾਂ ਦੇ ਰਸਾਂ ਦੇ ਭੋਜਨ ਬਣਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਲੈ ਆਏ। ਅਚਾਰ ਆਦਿਕ ਹੋਰ ਖੱਟ ਮਿੱਠੇ ਪਦਾਰਥ ਲੈ ਆਏ। ਤੇ ਜਿਹਦੇ ਘਰੋਂ ਜੋ ਵੀ ਵਸਤੂ ਆਈ ਹੈ, ਸਿੱਖ ਨੇ ਜਿੰਨੇ ਵੀ ਭਾਵਨਾ ਨਾਲ ਕੋਈ ਮਹਾਰਾਜ ਦੀ ਵਸਤੂ ਬਣਾ ਕੇ ਲਿਆਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸਿੱਖਾਂ ਦਾ ਪ੍ਰੇਮ ਵੇਖ ਕੇ ਜਥਾ ਜੋਗ ਹਰ ਇੱਕ ਦੇ ਘਰੋਂ ਆਇਆ। ਥੋੜਾ ਥੋੜਾ ਜਿੰਨਾ ਵੀ ਸਤਿਗੁਰੂ ਨੂੰ ਜੋਗ ਲੱਗਾ ਭੋਜਨ ਛਕਣਾ ਕੀਤਾ। ਤੇ ਜਿਹੜੇ ਸਿੱਖ ਨੇ ਜਦੋਂ ਵੇਖਦੇ ਆ ਕਿ ਮਹਾਰਾਜ ਸਾਡੇ ਸੇਵਾ ਪ੍ਰਵਾਨ ਕਰ ਰਹੇ ਨੇ, ਸਤਿਗੁਰੂ ਦਰਸ਼ਨ ਦੇ ਰਹੇ ਨੇ, ਮਹਾਰਾਜ ਸਾਡੇ ਘਰ ਦਾ ਅਨਾਜ ਛਕ ਰਹੇ ਨੇ, ਸਫਲ ਜਨਮ ਤੇ ਨੇ ਆਪਣੋ ਜਾਣਾ। ਉਹਨਾਂ ਨੇ ਆਪਣਾ ਜਨਮ ਸਫਲਾ ਸਮਝ ਲਿਆ ਕਿ ਸਾਡੀ ਅੱਜ ਜ਼ਿੰਦਗੀ ਕਾਮਯਾਬ ਹੋ ਗਈ। ਅੱਜ ਸਾਡਾ ਜੀਵਨ ਲੇਖੇ ਲੱਗ ਗਿਆ ਜੋ ਸਾਡੇ ਹੱਥੋਂ ਮਹਾਰਾਜ ਦੀ ਸੇਵਾ ਹੋ ਰਹੀ ਹੈ।
ਬਚੈ ਤਰ ਜਮ ਕੋ ਦੁਖ ਸਿੱਖਾਂ ਦੇ ਅੰਦਰ ਇਹੋ ਜਿਹਾ ਭਰੋਸਾ ਵੱਜ ਗਿਆ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਨਿਗਾਹ ਹੋਈ ਹੈ, ਹੁਣ ਸਾਨੂੰ ਜਮਾਂ ਦਾ ਦੁੱਖ ਨਹੀਂ ਝੱਲਣਾ ਪਵੇਗਾ। ਨਿਸ਼ਚੈ ਹੀ ਜਮਾਂ ਦੇ ਦੁੱਖ ਨਾਸ਼ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਦੀ ਮਿਹਰ ਸਦਕਾ। ਜੋਤ ਮਿਸਰੀ ਕੇ ਦੁਗਧ ਲਿਆ ਜਦੋਂ ਭੋਜਨ ਛਕ ਲਿਆ, ਫਿਰ ਮਹਾਰਾਜ ਸਾਹਿਬ ਜੀ ਵਾਸਤੇ ਮਿਸ਼ਰੀ ਪਾਇਆ ਹੋਇਆ ਦੁੱਧ ਲੈ ਆਏ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਵੀ ਛਕਾਇਆ। ਫਿਰ ਮਾਤਾ ਨਾਨਕੀ, ਮਾਤਾ ਗੁਜਰੀ ਜੀ ਦੇ ਵੀ ਕੋਲ ਛਕਣ ਲਈ ਦੁੱਧ ਪਹੁੰਚਾਇਆ। ਇਹ ਵੀ ਦੀਵਾਨ ਸਜਿਆ ਹੈ, ਕੋਈ ਗੁਰਬਾਣੀ ਦੇ ਸ਼ਬਦ ਪੜ੍ਹ ਰਿਹਾ, ਕੋਈ ਸੇਵਾ ਕਰ ਰਿਹਾ, ਕੋਈ ਪ੍ਰੇਮ ਨਾਲ ਮਹਾਰਾਜ ਦੇ ਚਰਨ ਘੁੱਟਣ ਦੀ, ਲੱਤਾਂ ਦੀ ਮਾਲਿਸ਼ ਦੀ ਸੇਵਾ ਕਰ ਰਿਹਾ ਏ। ਕੋਈ ਪੱਖਾ ਲੈ ਕੇ ਮਹਾਰਾਜ ਨੂੰ ਹਵਾ ਚੱਲ ਰਿਹਾ ਹੈ। ਭਾਵਨਾ ਇਹੀ ਹੈ ਵੀ ਸਾਡੀ ਮੁਕਤੀ ਕਰ ਦੇਣ ਸਤਿਗੁਰੂ। ਇਸ ਤਰ੍ਹਾਂ ਫਿਰ ਕੁਝ ਸਮਾਂ ਧਰਮਸ਼ਾਲਾ ਦੇ ਵਿੱਚ ਹੀ ਮਹਾਰਾਜ ਨੇ ਰਾਤ ਨੂੰ ਵਿਸ਼ਰਾਮ ਕੀਤਾ। ਤਕਰੀਬਨ ਸਾਰੀ ਰਾਤ ਹੀ ਜਾਗਦੇ ਰਹੇ। ਥੋੜਾ ਸਮਾਂ ਕਹਿਣ ਨੂੰ ਮਹਾਰਾਜ ਉੱਥੇ ਹੀ ਸੌਂ ਗਏ ਤੇ ਜਦੋਂ 3 ਪਹਿਰ ਰਾਤ ਸਾਰੀ ਗੁਜ਼ਰ ਗਈ, ਤਾਂ ਗੁਰੂ ਤੇਗ ਬਹਾਦਰ ਸਾਹਿਬ ਸੁਚੇਤ ਹੋਏ ਨੇ। ਸਰੀਰ ਦੀ ਕਿਰਿਆ ਸੁਧੀ ਆ। ਮਹਾਰਾਜ ਸਾਹਿਬ ਜੀ ਨੇ ਤਿਆਰ ਹੋਏ, ਇਸ਼ਨਾਨ ਕੀਤਾ। ਜਦੋਂ ਸਭ ਸਰੀਰ ਦੀ ਕਿਰਿਆ ਸੋਧ ਲਈ ਤਾਂ ਨਿਰਮਲ ਸਵਸ ਜਲ ਦੇ ਨਾਲ ਇਸ਼ਨਾਨ ਕੀਤਾ ਨਾਵੇਂ ਪਾਤਸ਼ਾਹ ਨੇ। ਫਿਰ ਇਸ਼ਨਾਨ ਕਰਕੇ ਕਮਰ ਕੱਸਾ ਲਾ ਲਿਆ, ਚੋਲਾ ਪਾ ਕੇ ਸ੍ਰੀ ਸਾਹਿਬ ਪਹਿਨ ਕੇ ਆਪਣਾ ਮਨ ਆਪਣੇ ਹੀ ਸਰੂਪ ਵਿੱਚ ਟਿਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਬੈਠ ਗਏ ਚੌਂਕੜਾ ਮਾਰ। ਸਿੱਖਾਂ ਨੇ ਆਸ਼ਾ ਜੀ ਦੀ ਵਾਰ ਦਾ ਕੀਰਤਨ ਦਾ ਸਮਾਂ ਹੋਇਆ, ਜਾਣ ਕੇ ਬਾਬੀਆਂ ਨੇ ਗੁਰੂ ਸਾਹਿਬ ਦੇ ਹਜ਼ੂਰ ਕੀਰਤਨ ਕੀਤਾ ਹੈ। ਜੋ ਪ੍ਰੇਮ ਦੇ ਸਹਿਤ ਚੌਥੇ ਪਾਤਸ਼ਾਹ ਦੇ ਸੰਤ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਉਚਾਰੀ ਵਾਰ ਹੈ, ਉਹ ਭਾਵਨਾ ਦੇ ਨਾਲ ਸਤਿਗੁਰਾਂ ਦੇ ਹਜ਼ੂਰ ਗਾਇਨ ਕੀਤੀ ਹੈ। ਜਦੋਂ ਪਰਾਤ ਪੌ ਫਟਾਲੇ ਦਾ ਸਮਾਂ, ਸੂਰਜ ਚੜ੍ਹਨ ਦੇ ਨੇੜੇ ਦਾ ਸਮਾਂ ਹੋਇਆ, ਆਸਾ ਜੀ ਦੀ ਵਾਰ ਦਾ ਭੋਗ ਪਿਆ। ਜਦੋਂ ਭੋਗ ਪੈ ਗਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੋ ਚੰਦਰਮਾ ਨੇ, ਪ੍ਰਕਾਸ਼ ਵੀ ਕਰਦੇ ਨੇ ਤੇ ਚੰਦਰਮਾ ਦੇ ਵਾਂਗ ਜੋ ਠੰਡ ਵੀ ਵਰਤਾਉਂਦੇ ਨੇ ਸਿੱਖਾਂ ਦੇ ਦਿਲਾਂ ਵਿੱਚ। ਪਾਤਸ਼ਾਹ ਜੀ ਉਸ ਵੇਲੇ ਸੰਗਤ ਦੀ ਸੇਵਾ ਵੇਖ ਕੇ ਬੜੇ ਆਨੰਦਿਤ ਹੋਏ ਤੇ ਚਾਹੁੰਦੇ ਨੇ ਵੀ ਇੱਥੋਂ ਹੁਣ ਪਟਨੇ ਵੱਲ ਨੂੰ ਜਾਇਆ ਜਾਵੇ। ਸਤਿਗੁਰਾਂ ਹੁਕਮ ਕੀਤਾ ਵੀ ਸਾਰੇ ਵਾਹਨ ਤਿਆਰ ਕਰ ਲਓ, ਹੁਣ ਇੱਥੋਂ ਆਪਾਂ ਚਾਲਾ ਪਾਉਣਾ ਏ। ਤੇ ਝਾਟੀ ਮਹਾਰਾਜ ਸਾਹਿਬ ਦੀ ਆਗਿਆ ਨਾਲ ਤਿਆਰੀ ਹੋ ਗਈ। ਸਿੱਖਾਂ ਨੂੰ ਕਹਿ ਕੇ ਵੀ ਤੁਸੀਂ ਇਸੇ ਤਰ੍ਹਾਂ ਆਨੰਦ ਮਾਣਿਆ ਕਰੋ, ਸਵੇਰੇ ਸ਼ਾਮ ਕੀਰਤਨ ਕਥਾ ਕਰਿਆ ਕਰੋ, ਧਰਮਸ਼ਾਲਾ 'ਚ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਕਮਾਓ। ਇਹ ਬਚਨ ਕਹਿ ਕੇ ਸਤਿਗੁਰੂ ਅਸਵਾਰ ਹੋ ਗਏ। ਕਿੰਨੀ ਦੂਰੀ ਤੀਕਰ ਸਾਰੀ ਸੰਗਤ ਵੀ ਨਾਵੇਂ ਪਾਤਸ਼ਾਹ ਨੂੰ ਵਿਦਿਆ ਕਰਨ ਵਾਸਤੇ ਨਾਲ ਹੀ ਆਈ ਸਸਰਾਮ ਨਗਰ ਦੀ। ਮਹਾਰਾਜ ਸਾਹਿਬ ਨਾਲ ਪ੍ਰੇਮ ਕਰਦੇ ਨੇ, ਪ੍ਰੇਮ ਕਰ ਕਰਕੇ ਚਰਨਾਂ ਨੂੰ ਘੁੱਟ ਘੁੱਟ ਫੜਦੇ ਹਨ। ਮਹਾਰਾਜ ਕਿਰਪਾ ਕਰੋ। ਸਾਰਿਆਂ ਨੂੰ ਧੀਰਜ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਵਾਪਸ ਭੇਜਿਆ ਵੀ ਜਾਓ ਆਪਣੇ ਹੁਣ ਕਾਰ ਵਿਹਾਰ ਕਰੋ, ਅਸੀਂ ਤਾਂ ਅੱਗੇ ਦੂਰ ਜਾਣਾ ਹੈ। ਤੇ ਆਪ ਸਤਿਗੁਰੂ ਜੀ ਪੂਰਬ ਚੜ੍ਹਦੇ ਵੱਲ ਨੂੰ ਪਟਨੇ ਨੂੰ ਜਾਣਾ ਚਾਹੁੰਦੇ ਨੇ। ਪਹਿਲਾਂ ਗਿਆ ਸ਼ਹਿਰ ਜੋ ਆਵੇਗਾ ਉਸ ਪਾਸੇ ਨੂੰ ਗਏ ਹਨ। ਸਹਿਜੇ ਰਸਤੇ 'ਚ ਚੱਲਦਿਆਂ ਹੋਇਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਰਸਤੇ ਤੇ ਤੁਰੇ ਜਾ ਰਹੇ ਨੇ, ਪੈਂਡਾ ਤੈਅ ਕਰਦੇ ਜਾਂਦੇ ਹਨ। ਜਿੱਥੇ ਕਹਿੰਦੇ ਵੀ ਗਿਆ ਨਾਮ ਦਾ ਅਸੁਰ ਦੈਂਤ ਹੈ, ਦੈਂਤ ਸੀ ਅਸੁਰ ਸੀ ਤੇ ਗਿਆ ਉਹਦਾ ਨਾਮ ਸੀ। ਉਹਦੇ ਨਾਮ ਤੋਂ ਹੀ ਉਹ ਸ਼ਹਿਰ ਗਿਆ ਹੈ ਜੋ ਬਿਹਾਰ ਦੇ ਵਿੱਚ ਗਿਆ ਸ਼ਹਿਰ ਉਹ ਵਸਿਆ ਹੋਇਆ ਹੈ। ਗਿਆ ਤੀਰਥ ਹੈ ਅਸਲ ਦੇ ਵਿੱਚ, ਖੇਤਰ ਨਾਮ ਹੈ ਸਥਾਨ ਦਾ ਤੀਰਥ ਦਾ। ਕਹਿੰਦੇ ਵੀ ਖੇਤਰ ਸੋ ਗਿਆ ਸੁਰ ਕੇ ਵਿਖੈ,
ਚਲਦਿਆਂ ਹੋਇਆ ਮਹਾਰਾਜ ਸਾਹਿਬ ਜੀ ਗਿਆ ਅਸੁਰ ਗਿਆ ਨਾਮੇ ਰਾਖਸ਼ ਦੇ ਤੀਰਥ ਅਸਥਾਨ ਤੇ ਪਹੁੰਚੇ ਨੇ। ਹੈ ਤਾਂ ਇਹ ਕਹਿੰਦੇ ਅਸੁਰ ਸੀ ਪਰ ਬੜਾ ਧਰਮੀ ਪੁਰਖ ਸੀ, ਬੜਾ ਇਸਨੇ ਧਰਮ ਕਮਾਇਆ। ਤੇ ਇਸ ਥਾਂ ਦੇ ਉੱਤੇ ਜਿੱਥੇ ਤੀਰਥ ਬਣਿਆ ਹੋਇਆ ਹੈ ਗਿਆ, ਇਹ ਗਿਆ ਸੁਰ ਦੈਂਤ ਨੇ ਇੱਥੇ ਚੜ੍ਹਾਈ ਕੀਤੀ। ਇੱਥੇ ਦੀ ਦੇਹ ਜਿੱਥੇ ਦੱਬੀ ਸੀ ਜਿਸ ਥਾਂ ਤੇ, ਉਹਨੂੰ ਸਾਧ ਸੰਗਤ ਗਿਆ ਤੀਰਥ ਕਹਿੰਦੇ ਨੇ। ਤੇ ਹਿੰਦੂ ਲੋਕ ਇੱਥੇ ਜਾ ਕੇ ਪਿੰਡ ਭਰਾਉਂਦੇ ਨੇ, ਜੌਆਂ ਦੀਆਂ ਪਿੰਨੀਆਂ ਜੀਆਂ ਬਣਾ ਕੇ। ਉਹ ਜਿਹੜੀ ਨਦੀ ਵਗਦੀ ਆ ਉਹਦੇ ਵਿੱਚ ਮੱਛੀਆਂ ਨੂੰ ਹੋਰ ਜਾਨਵਰਾਂ ਨੂੰ ਪਾਉਂਦੇ, ਕੁਝ ਪੰਡਤਾਂ ਨੂੰ ਦਾਨ ਕਰਦੇ। ਤੇ ਉਹ ਇਸ ਤਰ੍ਹਾਂ ਦਾ ਇਹਦੇ ਮਗਰ ਉਹਨਾਂ ਨੂੰ ਪ੍ਰਚਾਰ ਕਰਕੇ ਜਿਹੜਾ ਆਪਣੇ ਵਸ ਕੀਤਾ ਵੀ ਜਦੋਂ ਪਿੰਡ ਭਰਾਉਂਦਾ ਹੈ ਕੋਈ ਤਾਂ ਉਹਦੇ ਪਿੱਤਰ ਜਿਹੜੇ ਹਨ ਉਹ ਮੁਕਤ ਹੋ ਜਾਂਦੇ ਨੇ। ਤੇ ਇੱਥੇ ਜਾ ਕਰਕੇ ਆਪਣੇ ਪਿੱਤਰਾਂ ਦੇ ਨਿਮਿਤ ਸ਼ਰਾਧ ਕਰਦੇ ਨੇ ਸਨਾਤਨੀ ਲੋਕ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਹੈ ਤਾਂ ਜੋ ਭਾਵੇਂ ਪਵਿੱਤਰ ਸਥਾਨ ਹੈ, ਪਰ ਉੱਥੇ ਜਿਹੜਾ ਇਹਨਾਂ ਨੇ ਆਪਣੇ ਖਾਣ ਪੀਣ ਲਈ ਲੋਕਾਂ ਨੂੰ ਹੋਰ ਹੀ ਭਰਮ ਵਿੱਚ ਪਾਇਆ ਹੋਇਆ ਸੀ। ਪਾਤਸ਼ਾਹ ਭਰਮ ਜਾਲ ਚੋਂ ਕੱਢਣ ਵਾਸਤੇ ਉੱਥੇ ਪਹੁੰਚੇ ਹਨ। ਉਹ ਸ੍ਰੇਸ਼ਟ ਥਾਂ ਜੋ ਹੈ ਗਿਆ ਸਭ ਤੀਰਥ ਹੈ, ਨਾਵੇਂ ਪਾਤਸ਼ਾਹ ਚਲਦਿਆਂ ਹੋਇਆ ਗਿਆ ਸ਼ਹਿਰ ਪਹੁੰਚੇ ਨੇ। ਕਹਿੰਦੇ ਦਿਆਲੂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੜੀ ਅਦਭੁਤ ਹੀ ਬਹੁਤ ਹੀ ਅਚਰਜ ਹੀ ਹੈਰਾਨੀ ਕਰਨ ਵਾਲੀ ਲੀਲਾ ਹੈ, ਜਿਹਨੂੰ ਵੇਖ ਕੇ ਲੋਕ ਹੈਰਾਨ ਹੋਣ। ਮਹਾਰਾਜ ਸਾਹਿਬ ਜੀ ਇਹ ਕੀ ਕੌਤਕ ਕਰ ਰਹੇ ਹਨ। ਸਤਿਗੁਰੂ ਸਾਹਿਬ ਜੀ ਕਰਨ ਹੇਤ ਨਰ ਅਦਕ ਨਿਹਾਲ, ਅਨੇਕਾਂ ਹੀ ਸਿੱਖਾਂ ਨੂੰ ਨਿਹਾਲ ਕਰਨ ਦੇ ਵਾਸਤੇ ਉੱਥੇ ਗਿਆ ਤੀਰਥ ਤੇ ਜਿੱਥੇ ਬਾਹਮਣੀ ਨਾਮ ਦਾ ਇੱਕ ਘਾਟ ਹੈ, ਜੋ ਨਦੀ ਵਹਿੰਦੀ ਹੈ ਨਾ, ਉਸ ਨਦੀ ਦੇ ਕਿਨਾਰੇ ਤੇ ਬਾਹਮਣੀ ਨਾਮ ਦਾ ਘਾਟ ਹੈ। ਗੁਰੂ ਤੇਗ ਬਹਾਦਰ ਸਾਹਿਬ ਉਸ ਬਾਹਮਣੀ ਨਾਮ ਦੇ ਘਾਟ ਦੇ ਉੱਤੇ ਆਪਣਾ ਡੇਰਾ ਕੀਤਾ। ਉਹ ਨਦੀ ਦਾ ਨਾਮ ਫਲਗੂ ਹੈ, ਫਲਗੂ ਨਦੀ ਹੈ। ਤੇ ਉਸ ਨਦੀ ਦੇ ਕੰਢੇ ਤੇ ਵਸਿਆ ਹੋਇਆ ਗਿਆ ਸ਼ਹਿਰ ਤੀਰਥ ਹੈ। ਤੇ ਗਰੀਬਨਵਾਸ ਸਤਿਗੁਰਾਂ ਨੇ ਬਾਹਮਣੀ ਘਾਟ ਤੇ ਸਾਰੇ ਹੀ ਸੰਗੀ ਸਾਥੀਆਂ ਨੂੰ ਟਿਕਾ ਕੇ ਆਪ ਮਹਾਰਾਜ ਚੋਜ ਕਰਨ ਦੇ ਲਈ, ਕੌਤਕ ਕਰਨ ਦੇ ਲਈ ਸਤਿਗੁਰੂ ਘੋੜੇ ਤੇ ਚੜ੍ਹੇ ਹਨ। ਨਾਲ ਪਾਲਕੀ, ਕੁਝ ਹੋਰ ਸਤਿਗੁਰਾਂ ਨੇ ਆਪਣੀਆਂ ਸਵਾਰੀਆਂ, ਕੁਝ ਕੀਮਤੀ ਵਸਤੂਆਂ ਲਈਆਂ। ਤਾਂ ਫਲਗੂ ਨਦੀ ਨੂੰ ਕੰਢੇ ਕੰਢੇ ਮਹਾਰਾਜ ਘੋੜਾ ਤੋਰ ਕੇ ਵੇਖ ਰਹੇ ਹਨ। ਤੇ ਜਦੋਂ ਪਾਤਸ਼ਾਹ ਦਾ ਇੱਥੇ ਆਇਆ ਸੁਣਿਆ, ਜਿਹੜੇ ਬ੍ਰਾਹਮਣ ਸਨ ਉਸ ਖੇਤਰ ਦੇ ਗਿਆ ਤੀਰਥ ਤੇ ਰਹਿਣ ਵਾਲੇ, ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ ਤੇ ਇਹਨਾਂ ਕੋਲ ਮਾਇਆ ਬਹੁਤ, ਪਦਾਰਥ ਬਹੁਤ ਹੈ, ਤੇ ਤਿਆਗੀ ਨੇ ਹਰ ਇੱਕ ਨੂੰ ਕੁਝ ਨਾ ਕੁਝ ਦੇ ਦਿੰਦੇ ਜੋ ਮੰਗੇ। ਇਹ ਚੀਜ਼ ਜਾਣ ਕਰਕੇ ਬਹੁਤੇ ਬ੍ਰਾਹਮਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਏ। ਜਦੋਂ ਆਗਮਨ ਸੁਣਿਆ ਤਾਂ ਇਹਨਾਂ ਨੂੰ ਸੀ ਵੀ ਕੁਝ ਨਾ ਕੁਝ ਇੱਥੋਂ ਆਪਾਂ ਲੈ ਕੇ ਜਾਵਾਂਗੇ। ਮਾਇਆ ਦੇ ਲਾਲਚ ਚਿਤ ਨਾਵੇਂ ਪਾਤਸ਼ਾਹ ਕੋਲ ਆਏ ਹਨ। ਤੇ ਮਹਾਰਾਜ ਨੂੰ ਭੇਟਾ ਕੀ ਰੱਖੀ ਬ੍ਰਾਹਮਣਾਂ ਨੇ। ਇਹਨਾਂ ਨੇ ਇੱਕ ਜਨੇਊ ਜਿਹੜਾ ਸੀ ਸੂਤ ਦਾ ਕੱਤਿਆ ਹੋਇਆ ਤਾਗਾ ਜਿਹਾ ਜਨੇਊ ਪਹਿਨਦੇ ਨੇ। 4 ਤਰ੍ਹਾਂ ਦੇ ਜਨੇਊ, 3 ਤਰ੍ਹਾਂ ਦੇ ਜਨੇਊ ਬਣਦੇ ਨੇ। ਬ੍ਰਾਹਮਣ, ਖੱਤਰੀ ਦੇ ਵੈਸ ਦਾ ਸੂਤਰ ਨੂੰ ਉਹ ਹੀ ਨਹੀਂ ਪਹਿਨਣ ਦਿੰਦੇ। ਉਹ ਜਨੇਊ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਇਹਨਾਂ ਨੇ ਭੇਟਾ ਕੀਤਾ। ਜਦੋਂ ਜਨੇਊ ਸਤਿਗੁਰਾਂ ਨੂੰ ਇਹਨਾਂ ਭੇਟ ਕੀਤਾ ਤਾਂ ਉਸ ਵੇਲੇ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀ ਖਾਲਸਾ 'ਚ ਲਿਖਿਆ ਵੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਪੜ੍ਹ ਕੇ ਇਹਨਾਂ ਨੂੰ ਸੁਣਾਇਆ ਵੀ ਆ ਸਾਡੇ ਕੀ ਕੰਮ। ਜੇ ਜੇਊ ਤੁਸੀਂ ਚਾਹੁੰਦੇ ਹੀ ਹੋ ਚੜਾਉਣਾ ਤਾਂ ਉਹ ਦਇਆ, ਕਪਾ, ਸੰਤੋਖ ਸਤ ਕਹਿੰਦੇ ਜੋ ਦਇਆ ਦੀ ਕਪਾਹ ਦਾ ਬਣਿਆ ਹੋਇਆ ਜਿਹੜਾ ਜਨੇਊ ਹੈ ਨਾ, ਜੇ ਸਾਨੂੰ ਤੁਸੀਂ ਭੇਟਾ ਕਰਨਾ ਉਹ ਤੁਸੀਂ ਦਇਆ ਕਰੋ, ਕੋਈ ਸਤ ਸੰਤੋਖ ਕਮਾਓ, ਜੱਤ ਦੀਆਂ ਗੰਢਾਂ ਬੰਨੋ ਤੇ ਫਿਰ ਧਰਮ ਦੇ ਵਿੱਚ ਪਰਪਾ ਕਰੋ, ਇਹੀ ਸਾਨੂੰ ਜਨੇਊ ਤੁਹਾਡਾ ਪ੍ਰਵਾਨ ਹੋ ਜਾਊਗਾ। ਆ ਤਾਗਾ ਜਿਹਾ ਅਸੀਂ ਕੀ ਕਰਨਾ ਹੈ। ਇਹ ਗੁਰੂ ਸਾਹਿਬ ਜੀ ਨੇ ਜਿਹੜਾ ਇਹਨਾਂ ਨੂੰ ਇਸ ਤਰ੍ਹਾਂ ਸਮਝਾ ਕੇ ਗੁਰਬਾਣੀ ਦੇ ਸ਼ਬਦ ਸੁਣਾਏ ਵੀ ਅਸੀਂ ਇਹ ਕੱਚੇ ਧਾਗੇ ਨਾਲ ਜਨੇਊਆਂ ਦੇ ਚੱਕਰ 'ਚ ਨਹੀਂ ਪੈਂਦੇ। ਫਿਰ ਮਹਾਰਾਜ ਸਾਹਿਬ ਜੀ ਕੁਝ ਲੈਣ ਵਾਸਤੇ ਵੀ ਸਾਨੂੰ ਗੁਰੂ ਸਾਹਿਬ ਕੁਝ ਦੇਣਗੇ ਤਾਂ ਨਾਵੇਂ ਪਾਤਸ਼ਾਹ ਨੂੰ ਇਹਨਾਂ ਬ੍ਰਾਹਮਣਾਂ ਨੇ ਫਿਰ ਤੀਰਥ ਦਾ ਮਹਾਤਮ ਕਹਿਣ ਲੱਗੇ। ਖੇਤਰ ਮਹਾਤਮਾ ਉਚਰਿਓ ਭਲੇ। ਉਸ ਤੀਰਥ ਗਿਆ ਦਾ ਬਹੁਤ ਮਹਾਤਮ ਕਿਆ ਕਹਿਣ ਲੱਗੇ ਮਹਾਰਾਜ, ਬੜਾ ਹੀ ਪਵਿੱਤਰ ਸਥਾਨ ਹੈ, ਇਹ ਬਹੁਤ ਹੀ ਮਹਾਨ ਤੀਰਥ ਹੈ।
ਇੱਥੇ ਆਉਣ ਵਾਲਾ ਮੁਕਤ ਹੋ ਜਾਂਦਾ ਏ। ਦਾਨ ਪੁੰਨ ਤੀਰਥ ਵਿਵਹਾਰ ਦਾਨ ਕਰਨਾ ਹੋਵੇ, ਕੋਈ ਪੁੰਨ ਕਮਾਣਾ ਹੋਵੇ, ਇਸ ਤੀਰਥ ਦੇ ਉੱਤੇ ਇਸ ਤਰ੍ਹਾਂ ਦੇ ਵਿਵਹਾਰ ਕਰਦੇ ਨੇ ਜੀਵ ਆ ਕੇ। ਸਰਬ ਪ੍ਰਕਾਰ ਹਰ ਤਰ੍ਹਾਂ ਕਰਕੇ ਇਹਨਾਂ ਬ੍ਰਾਹਮਣਾਂ ਨੇ, ਇਹਨਾਂ ਪਾਂਡਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੀਰਥ ਦਾ ਮਹਾਤਮ ਦੱਸਿਆ ਵੀ ਇੱਥੇ ਦਾਨ ਪੁੰਨ ਕਰਨ ਦਾ ਮਹਾਰਾਜ ਬੜਾ ਹੀ ਮਹਾਤਮ ਏ। ਤੇ ਫਿਰ ਕਹਿਣ ਲੱਗੇ ਮਹਾਰਾਜ ਤੁਸੀਂ ਵੀ ਇਸ਼ਨਾਨ ਕਰੋ ਤੇ ਪਿੰਡ ਭਰਾਓ ਆਪਣੇ ਪਿੱਤਰਾਂ ਦੇ, ਆਪਣੇ ਵੱਡਿਆਂ ਦੇ ਵਾਸਤੇ। ਮਹਾਰਾਜ ਗਿਆ ਤੀਰਥ ਦੇ ਵਿੱਚ ਇਸ਼ਨਾਨ ਕਰਕੇ ਤੇ ਕੋਈ ਤੁਸੀਂ ਵੀ ਸਰਾਧ ਆਦਿ ਕਰ ਲਓ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ 33 ਕਰੋੜ ਦੇਵਤੇ ਤ੍ਰਿਪਤ ਹੋ ਜਾਂਦੇ ਨੇ ਇੱਥੇ ਦਾਨ ਕੀਤੇ ਆ। ਤੁਸੀਂ ਵੀ 33 ਕਰੋੜ ਦੇਵਤੇ ਆਪਣੇ ਪਿੱਤਰਾਂ ਨੂੰ, ਆਪਣੇ ਬਜ਼ੁਰਗਾਂ ਨੂੰ ਤ੍ਰਿਪਤ ਕਰ ਲਵੋ। ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਪਹਿਲੀ ਗੱਲ ਤਾਂ ਇਹ ਆ ਵੀ ਜਿਨ੍ਹਾਂ ਦੇ ਪਿੱਤਰ ਮੁਕਤ ਨਾ ਹੋਣ ਉਹਨਾਂ ਨੂੰ ਤਾਂ ਤੁਸੀਂ ਕਹੋ ਤਾਂ ਠੀਕ ਹੈ। ਸਾਡੇ ਜਿਹੜੇ ਵੱਡੇ ਨੇ ਉਹਨਾਂ ਦੀ ਸਦਕਾ ਉਹ ਤਾਂ ਅਸੀਂ ਉਹਨਾਂ ਲਈ ਕੀ ਕੋਈ ਦਾਨ ਕਰਨਾ, ਉਹਨਾਂ ਦਾ ਸਦਕਾ ਤਾਂ ਅਸੀਂ ਵੀ ਮੁਕਤ ਹੋਏ ਹਾਂ। ਉਹ ਸਾਡੇ ਤਾਂ ਵੱਡੇ ਸਤਿਗੁਰੂ ਸਾਹਿਬ ਉਹ ਤਾਂ ਆਪ ਸੱਚਖੰਡ ਦੇ ਨਿਵਾਸੀ ਹਨ। ਇਸ ਕਰਕੇ ਸਾਨੂੰ ਤਾਂ ਕੁਝ ਦੇਣ ਦੀ ਇੱਥੇ ਲੋੜ ਨਹੀਂ ਹੈ। ਪਰ ਫਿਰ ਵੀ ਮਹਾਰਾਜ ਨਾਲ ਹੀ ਕਹਿਣ ਲੱਗੇ ਬਾਦਸ਼ਾਹ ਕਹਿੰਦੇ ਵੀ ਇਹ ਤਾਂ ਠੀਕ ਆ ਵੀ ਸਾਡੇ ਬਜ਼ੁਰਗ ਵੱਡੇ ਵਡੇਰੇ ਸਤਿਗੁਰੂ ਤਾਂ ਆਪ ਸੱਚਖੰਡ ਦੇ ਨੇ, ਸਾਨੂੰ ਵੀ ਲੈ ਜਾਣਗੇ। ਪਰ ਉਹਨਾਂ ਵਾਸਤੇ ਸਾਨੂੰ ਪਿੰਡ ਭਰਾਉਣ ਦੀ ਸਰਾਧ ਦੀ ਲੋੜ ਨਹੀਂ। ਪਰ ਦੂਜਾ ਜੇ ਤੁਹਾਡੇ ਕਹੇ ਮੁਤਾਬਕ ਵੀ ਇਹ ਤੀਰਥ ਜਿਹੜਾ ਹੈ ਗਿਆ, ਜੇ ਇੱਥੇ ਤੁਸੀਂ ਕਹਿੰਦੇ ਹੋ ਵੀ ਜਿਹੜਾ ਇੱਕ ਵਾਰ ਆ ਗਿਆ ਉਹ ਮੁਕਤ ਹੋ ਗਿਆ, ਤਾਂ ਫਿਰ ਤਾਂ ਇਹ ਬ੍ਰਾਹਮਣ ਹੈ ਪਾਂਡਿਓ ਇਸ ਤੀਰਥ ਸਥਾਨ ਦੀ ਮਹਿਮਾ ਤੁਸੀਂ ਸਾਨੂੰ ਕਹਿ ਕੇ ਆਪ ਸੁਣਾਈ ਤਾਂ ਹੈਗੀ ਹੈ। ਪਰ ਇਸ ਤੀਰਥ ਦਾ ਮਹਾਤਮ ਤੁਹਾਡੇ ਕਹੇ ਮੁਤਾਬਕ ਤਾਂ ਫਿਰ ਤੁਸੀਂ ਵੀ ਨਹੀਂ ਚੰਗੀ ਤਰ੍ਹਾਂ ਜਾਣਦੇ। ਉਹ ਮਹਾਤਮ ਇਹ ਹੈ ਵੀ ਤੁਸੀਂ ਆਪ ਹੀ ਦੱਸਿਆ ਹੈ ਵੀ ਇਹ ਗਿਆ ਤੀਰਥ ਤੇ ਫਲਗੂ ਨਦੀ ਹੈ। ਇਹਦੇ ਵਿੱਚ ਜਿਹੜਾ ਵੀ ਕੋਈ ਜੀਵ ਆ ਕੇ ਆਪਣਾ ਪੈਰ ਵੀ ਪਾ ਲੈਂਦਾ ਹੈ, ਉਹਦੇ ਨਦੀ ਦੇ ਵਿੱਚ ਪੈਰ ਪਾਉਣ ਦੇ ਨਾਲ ਹੀ ਪਿੱਤਰ ਸਾਰੇ ਉਧਰ ਜਾਂਦੇ ਨੇ, ਬਜ਼ੁਰਗ ਜਿਹੜੇ ਵੱਡੇ ਵਡੇਰੇ ਹਨ ਉਹ ਤਰ ਜਾਂਦੇ ਹਨ। ਤੇ ਫਿਰ ਗਰੀਬ ਨਿਵਾਜ ਸਤਿਗੁਰੂ ਕਹਿੰਦੇ ਵੀ ਜਦੋਂ ਆਪਣੇ ਆਪ ਹੀ ਇਸ ਤੀਰਥ ਤੇ ਆਇਆ ਸਾਰੇ ਮੁਕਤ ਹੋ ਜਾਂਦੇ ਨੇ, ਤਾਂ ਫਿਰ ਸਾਹਿਬ ਜੀ ਕਹਿਣ ਲੱਗੇ ਵੀ ਸਾਨੂੰ ਇੱਥੇ ਹੋਰ ਕੋਈ ਕਰਮ ਕਾਂਡ ਦੀ ਕੀ ਲੋੜ ਹੈ। ਤੁਸੀਂ ਤਾਂ ਕਹਿੰਦੇ ਹੋ ਵੀ ਇੱਥੇ ਇਸ਼ਨਾਨ ਕਰਨ ਦੇ ਨਾਲ ਸਾਰੇ ਦੇਵਤੇ ਵੀ ਤ੍ਰਿਪਤ ਹੋ ਜਾਂਦੇ ਨੇ, 33 ਕਰੋੜ ਆਪਣੇ ਆਪ ਪਿੱਤਰ ਵੀ ਤਰ ਜਾਂਦੇ ਨੇ, ਜੈ ਜੈਕਾਰ ਉਚਾਰਨ ਕਰਦੇ ਹਨ। ਤੇ ਸਾਰੇ ਜਿਹੜੇ ਪਿਛਲੇ ਕੀਤੇ ਪਾਪ ਨੇ ਉਹ ਇਸ ਫਲਗੂ ਨਦੀ 'ਚ ਪੈਰ ਪਾਉਣ ਦੇ ਨਾਲ ਹੀ ਸਾਰੇ ਲੱਥ ਜਾਂਦੇ ਹਨ। ਤਾਂ ਫਿਰ ਮਹਾਰਾਜ ਸਾਹਿਬ ਕਹਿਣ ਲੱਗੇ ਤੁਸੀਂ ਆਪੇ ਹੀ ਕਹਿੰਦੇ ਹੋ ਵੀ ਇੱਥੇ ਆਇਆ ਹੀ ਮੁਕਤੀ ਹੁੰਦੀ ਹੈ, ਤਾਂ ਫਿਰ ਪਿੰਡ ਭਰਾਉਣ ਦੀਆਂ ਪਿੰਨੀਆਂ ਜੀਆਂ ਦਾ ਪਖੰਡ ਜਿਹਾ ਕਿਉਂ ਕਰਦੇ ਹੋ। ਨਵੇਂ ਪਾਤਸ਼ਾਹ ਦਾ ਬਚਨ ਸੁਣ ਕੇ ਸਾਰੇ ਬ੍ਰਾਹਮਣ ਬੜੇ ਹੈਰਾਨ ਹੋਏ ਵੀ ਇਹ ਤਾਂ ਸਾਡੀਆਂ ਗੱਲਾਂ 'ਚ ਹੀ ਨਹੀਂ ਆਉਂਦੇ। ਫਿਰ ਆਪਣੀ ਅਸਲੀ ਗੱਲ ਤੇ ਹੀ ਆ ਗਏ, ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਸਾਡੇ ਵਾਸਤੇ ਤਾਂ ਤੁਸੀਂ ਰੱਬ ਦਾ ਅਵਤਾਰ ਹੋ, ਭਗਵਾਨ ਦਾ। ਤੇ ਮਹਾਰਾਜ ਸਾਡੀ ਬਸ ਇਹ ਗੱਲ ਹੈ ਵੀ ਜੇ ਤੁਸੀਂ ਨਾ ਆਪ ਪਿੰਡੀਆਂ ਭਰਾਈਆਂ, ਸਰਾਧ ਕਰਾਏ, ਪਿੰਡ ਭਰਾਏ, ਮਹਾਰਾਜ ਫਿਰ ਕੋਈ ਵੀ ਸਿੱਖ ਤੁਹਾਡਾ ਇਹ ਰੀਤ ਨਹੀਂ ਕਰਿਆ ਕਰੂਗਾ। ਉਹ ਸਾਰੇ ਆਖਣਗੇ ਵੀ ਜੇ ਸਾਡੇ ਗੁਰੂ ਨੇ ਨਹੀਂ ਏਦਾਂ ਸਰਾਧਾਂ ਦਾ, ਇਹ ਪਿੰਡ ਭਰਾਉਣ ਦਾ ਇਹ ਕਰਮ ਕੀਤਾ ਤਾਂ ਅਸੀਂ ਕਿਉਂ ਕਰੀਏ। ਤੇ ਮਹਾਰਾਜ ਸਾਡੇ ਨਾਲ ਤਾਂ ਬੜੀ ਵਿਪਰੀਤ ਉਲਟ ਗੱਲ ਹੋ ਜੂ ਫੇਰ, ਕਿਉਂਕਿ ਸਾਨੂੰ ਇਹੀ ਤੇ ਪੂਜਾ ਪੁਜਾਰੀ ਆਉਣੀ, 4 ਪੈਸੇ ਆਉਣੇ ਆ। ਤੇ ਜਦੋਂ ਤੁਸੀਂ ਨਹੀਂ ਕਰੋਗੇ ਤੁਹਾਡੇ ਸਿੱਖ ਵੀ ਨਹੀਂ ਕਰਨਗੇ, ਹੋਰ ਕਈ ਲੋਕ ਵੀ ਆਖਣਗੇ ਵੀ ਇਹ ਲੋੜ ਹੀ ਨਹੀਂ ਹੈ, ਤਾਂ ਸਾਡਾ ਤਾਂ ਮਹਾਰਾਜ ਕੰਮ ਸਾਰਾ ਉਲਟ ਹੋ ਜਾਵੇਗਾ। ਸਾਨੂੰ ਕੋਈ ਵੀ ਮੰਨੂਗਾ ਨਹੀਂ, ਨਾ ਸਾਨੂੰ ਕੋਈ ਧਨ, ਕੋਈ ਪੂਜਾ, ਕੋਈ ਚੜਾਵਾ ਵੀ ਨਹੀਂ ਦੇਵੇਗਾ। ਤੇ ਕੋਈ ਵੀ ਆ ਕੇ ਇੱਥੇ ਫਿਰ ਸਰਾਧ ਹੀ ਨਹੀਂ ਕਰੂ। ਸਾਰੇ ਹੀ ਵੇਖਣਗੇ ਵੀ ਗੁਰੂ
ਤੇਗ ਬਹਾਦਰ ਸਾਹਿਬ ਵੀ ਇੱਥੇ ਆਏ ਸੀ, ਉਹਨਾਂ ਨੇ ਨਹੀਂ ਜੇ ਕੀਤਾ ਤੇ ਸਾਨੂੰ ਕੀ ਲੋੜ ਹੈ। ਜੈ ਜੀਉ ਕਾ ਬਿਗੜ ਮਾਰੀ। ਤੇ 9ਵੇਂ ਪਾਤਸ਼ਾਹ ਨੂੰ ਇਹ ਗਿਆ ਦੇ ਬ੍ਰਾਹਮਣ ਪਾਂਡੇ ਪੁਜਾਰੀ ਕਹਿੰਦੇ ਮਹਾਰਾਜ ਸਾਡੀ ਫਿਰ ਉਪਜੀਵਕਾ ਵਿਗੜ ਜਾਏਗੀ, ਸਾਡਾ ਢਿੱਡ ਭਰਨ ਦਾ ਜਿਹੜਾ ਕੰਮ ਕਾਜ ਜਿਹਾ ਚੱਲਦਾ ਨਾ ਇਹ ਧੰਦਾ ਸਾਡਾ ਬੰਦ ਹੋ ਜਾਵੇਗਾ। ਤੁਸੀਂ ਮਹਾਰਾਜ ਉੱਤਮ ਪੁਰਸ਼ ਹੋ ਤੇ ਮਰਿਆਦਾ ਵਿੱਚ ਚੱਲਣ ਵਾਲੇ ਹੋ, ਜੋ ਮਰਿਆਦਾ ਚੱਲਦੀ ਹੋਵੇ। ਮਹਾਰਾਜ ਤੁਹਾਨੂੰ ਇਸ ਤਰ੍ਹਾਂ ਯੋਗ ਨਹੀਂ ਹੈ। ਗਰੀਬ ਨਵਾਜ ਜੀ ਤੁਸੀਂ ਇਨਕਾਰ ਨਾ ਕਰੋ, ਪਿੰਡ ਭਰਾਉਣ ਤੇ ਸ਼ਰਾਧ ਕਰਾਉਣ ਵੱਲੋਂ। ਬਾਦਸ਼ਾਹ ਜੀ ਜਿਵੇਂ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਵੀ ਉਹ ਕਰਮ ਕਾਂਡ ਕਰਕੇ ਤੇ ਲੀਹ ਪਾ ਦਿਓ, ਤੁਹਾਡੇ ਵੱਲ ਵੇਖ ਕੇ ਹੋਰ ਵੀ ਫਿਰ ਇੱਥੇ ਆ ਕੇ ਸਿੱਖ ਕਰਨਗੇ। ਇਦਾਂ ਜਦੋਂ ਬਾਹਮਣਾਂ ਨੇ ਬੇਨਤੀਆਂ ਕੀਤੀਆਂ, ਗਿਆ ਦੇ ਪਾਂਡਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਤੇ ਸੁਣ ਕੇ ਕਵੀ ਜੀ ਨੇ ਤਾਂ ਇੱਥੇ ਲਿਖਿਆ ਵੀ ਉਹਨਾਂ ਦੀ ਇੱਛਾ ਮੁਤਾਬਕ ਮਹਾਰਾਜ ਨੇ ਉਹ ਖੇਡ ਜੀ ਕੀਤੀ, ਪਰ ਅਸਲ 'ਚ ਇਹਦਾ ਖੋਲ ਕੇ ਵਿਸਥਾਰ ਲਿਖਿਆ ਤਵਾਰੀਖ 'ਚ। ਜਦੋਂ ਮਹਾਰਾਜ ਨੂੰ ਕਹਿਣ ਲੱਗੇ ਤਾਂ ਸਤਿਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਇਹ ਕਿਉਂ ਸਾਡੇ ਕੋਲ ਕਰਾਉਣਾ ਚਾਹੁੰਦੇ ਹੋ? ਕਹਿੰਦੇ ਵੀ ਸਾਨੂੰ ਤਾਂ ਇਹ ਵੀ ਤੁਸੀਂ ਜੇ ਸ਼ਰਾਧ ਕਰੋਗੇ ਆ ਪਿੰਨੀਆਂ ਪਿੰਡ ਭਰਾਓਗੇ, ਫਿਰ ਅਸੀਂ ਕੁਝ ਮੰਤਰ ਪੜਾਂਗੇ, ਤੁਸੀਂ ਫਿਰ ਸਾਨੂੰ ਮਹਾਰਾਜ ਦਾਨ ਦੇਵੋਗੇ, ਅਸੀਂ ਤਾਂ ਚਾਹੁੰਦੇ ਹਾਂ। ਤੇ ਸਾਹਿਬ ਕਹਿੰਦੇ ਵੀ ਤੁਹਾਡੀ ਇੱਛਾ ਮਾਇਆ ਹੈ, ਸਿੱਧੀ ਗੱਲ ਕਰੋ, ਤੁਹਾਨੂੰ ਅਸੀਂ ਜੇ ਲੋੜ ਤੁਹਾਡੀ ਮਾਇਆ ਪਦਾਰਥਾਂ ਦੀ ਉਹ ਤੁਹਾਨੂੰ ਦੇ ਦਿੰਦੇ ਹਾਂ। ਇਸ਼ਨਾਨ ਤਾਂ ਅਸੀਂ ਇੱਥੇ ਕਰਨਾ ਹੀ ਹੈ, ਦੂਰੋਂ ਆਏ ਹਾਂ, ਇਸ਼ਨਾਨ ਤਾਂ ਦੇਹੀ ਨੂੰ ਸਾਫ਼ ਪਵਿੱਤਰ ਕਰਨ ਲਈ ਕਰੀਦਾ ਹੀ ਹੈ। ਪਰ ਜਿਹੜਾ ਆ ਤੁਸੀਂ ਭਾਵਨਾ ਜੀ ਰੱਖ ਕੇ ਵੀ ਇਹ ਚ ਨਹਾਉਣਾ ਇਦਾਂ ਹੋ ਜਾਊਗਾ, ਜਿਹੜਾ ਇੱਥੇ ਤੁਸੀਂ ਕਹੋਗੇ ਵੀ ਆਹ ਦਾਨ ਕਰੋ ਤੁਹਾਡੇ ਪਿਤਰ ਮੁਕਤ ਹੋ ਜਾਣਗੇ, ਇਹ ਕਰਮ ਨਾਵੇਂ ਪਾਤਸ਼ਾਹ ਕਹਿੰਦੇ ਅਸੀਂ ਨਹੀਂ ਕਰਨਾ। ਹਾਂ ਜੇ ਤੁਸੀਂ ਕੁਝ ਮੰਗਦੇ ਹੋ, ਜੇ ਤੁਹਾਡੀ ਕੋਈ ਲੋੜ ਆ ਤਾਂ ਉਹ ਦੇ ਦਿੰਦੇ। ਗੁਰੂ ਤੇਗ ਬਹਾਦਰ ਸਾਹਿਬ ਤਾਂ ਤਿਆਗੀ ਨਹੀਂ ਸਾਧ ਸੰਗਤ ਬਚਪਨ ਤੋਂ। 4 ਸਾਲ ਦੇ ਸਨ ਜਦੋਂ ਇੱਕ ਬ੍ਰਾਹਮਣ ਨੇ ਹੱਥ ਜੋੜੇ ਤੇ ਆਪਣੇ ਸਾਰੇ ਕੱਪੜੇ ਜਿਹੜੇ ਸਨ ਉੱਪਰਲੇ ਕੀਮਤੀ ਵਸਤੂਆਂ ਦੇ ਕੇ ਆ ਗਏ। ਇੱਕ ਮੰਗਣ ਵਾਲੇ ਮੰਗਤੇ ਨੇ ਮੰਗਿਆ, ਉਹਨੂੰ ਘੋੜਾ ਹੀ ਦੇ ਕੇ ਤੇ ਆਪ ਪੈਦਲ ਹੀ ਤੁਰੇ ਆਉਣ। ਸਤਿਗੁਰੂ ਸਾਹਿਬ ਨੇ ਬਸ ਅੰਦਰੂਨੀ ਬਸਤਰ ਰੱਖੇ, ਬਾਹਰ ਕੀਮਤੀ ਵਸਤੂਆਂ ਪੋਸ਼ਾਕਾਂ ਦੇ ਆਏ। ਮਹਾਰਾਜ ਨਾ ਤਿਆਗੀ ਨੇ ਸ਼ੁਰੂ ਤੋਂ, ਤੇ ਇਸ ਕਰਕੇ ਦਾਨ ਦੇਣ ਦੀ ਭਾਵਨਾ ਇੱਕ ਤਾਂ ਹੁੰਦੀ ਹੈ ਵੀ ਦਾਨ ਦੇਣਾ ਵੀ ਸਾਨੂੰ ਇਹਦਾ ਪੁੰਨ ਮਿਲੇਗਾ, ਉਹ ਅਸੀਂ ਲੋਕ ਕਰਦੇ ਹਾਂ। ਪਰ ਗੁਰੂ ਵੀ ਦਾਨ ਕਰਦਾ, ਪਰ ਗੁਰੂ ਦਾਨ ਕਰਦਾ ਲੋਕਾਂ ਦੀ ਭੁੱਖ ਮਿਟਣ ਲਈ, ਦੂਸਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ। ਕੋਈ ਪੁੰਨ ਦੀ ਕੋਈ ਸੁੱਖ ਦੀ ਇੱਛਾ ਨਹੀਂ ਹੁੰਦੀ। 9ਵੇਂ ਪਾਤਸ਼ਾਹ ਕਹਿੰਦੇ ਵੀ ਸਿੱਧੀ ਗੱਲ ਹੈ, ਜੋ ਮੰਗਣਾ ਹੈ, ਜੋ ਤੁਸੀਂ ਟੁੱਕਿਆ ਹੈ, ਦੱਸੋ ਕੀ ਚਾਹੀਦਾ ਹੈ। ਆ ਪਿੰਡ ਭਰਾਉਣ ਵਾਲਾ, ਪਿੰਨੀਆਂ ਚੜਾਉਣ ਵਾਲਾ ਕੰਮ ਨਹੀਂ ਅਸੀਂ ਕਰਨਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਸ਼ਨਾਨ ਤਾਂ ਅਸੀਂ ਕਰਾਂਗੇ। ਤੇ ਘੋੜੇ ਤੋਂ ਉਤਰੇ ਉਸ ਵੇਲੇ ਸਤਿਗੁਰੂ ਬਰਗੂ ਨਦੀ ਗਿਆ ਸਥਾਨ ਤੇ ਮਹਾਰਾਜ ਨੇ ਇਸ਼ਨਾਨ ਕੀਤਾ ਹੈ। ਇਸ਼ਨਾਨ ਕਰਕੇ ਤਿਆਰ ਹੋ ਕੇ ਜਿਹੜੇ ਉਹ ਬ੍ਰਾਹਮਣ ਕੁਝ ਝਾਕਦੇ ਸਨ, ਮੰਗਣਾ ਚਾਹੁੰਦੇ ਸੀ, ਮਹਾਰਾਜ ਉਹਨਾਂ ਨੂੰ ਕਹਿਣ ਲੱਗੇ ਆਪਣੇ ਮੁਖ ਤੋਂ। ਬਾਦਸ਼ਾਹ ਕਹਿੰਦੇ ਜੋ ਤੁਹਾਡਾ ਚਿੱਤ ਕਰਦਾ ਹੈ ਪਾਂਡਿਓ ਬ੍ਰਾਹਮਣੋ ਮੰਗ ਲਵੋ, ਸਾਡੇ ਕੋਲ ਅਸੀਂ ਤੁਹਾਨੂੰ ਦੇ ਦਿੰਦੇ ਆ, ਤੁਹਾਡੀ ਖਾਸ਼ ਪੂਰੀ ਕਰ ਦਿੰਦੇ ਆ। ਤੇ ਉਹ ਜਿੰਨੇ ਵੀ ਬ੍ਰਾਹਮਣ ਵੰਸ਼ ਦੇ ਵੱਖ-ਵੱਖ ਨਾਮ ਜਿਹੜੇ ਆਪਣੇ ਰਖਾਉਂਦੇ ਸਨ, ਉਹ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਸੁਣ ਕੇ ਬੋਲੇ। ਇਹਨਾਂ ਵੀ ਚੰਗਾ ਮੂੰਹ ਅੱਡਿਆ ਕਹਿਣ ਲੱਗੇ ਮਹਾਰਾਜ ਸਾਨੂੰ ਸਰਬੰਸ ਹੀ ਦੇ ਦਿਓ। ਸਰਬੰਸ ਹੁੰਦਾ ਵੀ ਜਿਵੇਂ ਜਿਸ ਘੋੜੇ ਤੇ ਆਏ, ਪਾਲਕੀ ਤੇ ਆਏ, ਰਥ ਤੇ ਆਏ, ਜੋ ਮਹਾਰਾਜਾ ਕੀਮਤੀ ਵਸਤਰ ਪਹਿਨੇ, ਗਲ 'ਚ ਕੋਈ ਮਾਲਾ ਮੋਤੀਆਂ ਨਹੀਂ, ਕੋਈ ਇਹ ਸਾਰਾ ਕੁਝ ਹੀ ਕਹਿੰਦੇ ਸਾਨੂੰ ਦੇ ਦਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਸਰਬੰਸ ਹੀ ਸਾਨੂੰ ਅਰਪਣ ਕਰ ਦਿਓ। ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣ ਕੇ ਇਹਨਾਂ ਦੀ ਤੇ ਆਪਣੇ ਹਿਰਦੇ 'ਚ ਵਿਚਾਰ ਕੀਤੀ। ਮਹਾਰਾਜ ਕਹਿੰਦੇ ਹੈਗੇ ਤਾਂ ਕਹਿਣ ਨੂੰ ਬ੍ਰਾਹਮਣ ਨੇ ਵੀ ਅਸੀਂ ਬ੍ਰਹਮ ਨੂੰ ਜਾਣਦੇ। ਬ੍ਰਾਹਮਣ ਤੋਂ ਭਾਵ ਹੁੰਦਾ ਬ੍ਰਹਮ ਗਿਆਨੀ, ਰੱਬ ਨੂੰ ਜਾਣਨ ਵਾਲਾ। ਪਰ ਕਹਿੰਦੇ ਵੀ ਇਹਨਾਂ ਦੇ ਪੱਲੇ ਹੀ ਕੁੱਖ ਨਹੀਂ। ਅਸੀਂ ਇਹਨਾਂ ਨੂੰ ਕਿਹਾ ਸੀ ਮੰਗ ਲਓ,
ਇਹ ਆਪਣੀ ਜ਼ਿੰਦਗੀ ਸਫਲ ਕਰ ਸਕਦੇ ਸਨ। ਕੋਈ ਜੀਵਨ ਦਾਨ ਮੰਗ ਲੈਂਦੇ, ਕੋਈ ਪਰਲੋਕ ਸੁਧਾਰ ਲੈਂਦੇ, ਕੋਈ ਆਪਣਾ ਧਰਮ ਮੰਗ ਲੈਂਦੇ, ਪਰ ਇਹਨਾਂ ਦੇ ਮਹਾਰਾਜ ਕਹਿੰਦੇ ਪਦਾਰਥ ਹੀ ਮੰਗੇ ਨੇ। ਸੁਣ ਕੇ ਨਾ ਬ੍ਰਾਹਮਣਾਂ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਇਹ ਵਿਦਵਾਨ ਲੋਕ ਨੇ ਪਰ ਸਾਰੇ ਹੀ ਮਾਇਆ ਦੇ ਲਾਲਚੀ ਹਨ, ਇਹ ਜੀਵਨ ਦਾਨ ਮੁਕਤੀ ਦਾਨ ਦੇਣ ਦੇ ਯੋਗ ਹੀ ਨਹੀਂ ਨੇ। ਪਾਤਸ਼ਾਹ ਨੇ ਉਸ ਵੇਲੇ ਜੋ ਕੁਝ ਵੀ ਸੀ ਕੋਲ ਘੋੜੇ ਜਿਹੜੇ ਤੇ ਆਏ ਕਾਠੀ ਦੇ ਸਮੇਤ, ਕੋਈ ਰਥ ਵੀ ਨਾਲ ਸਿੱਖ ਲਈ ਫਿਰਦੇ ਸਨ, ਰਥ ਵੀ ਦੇਤਾ 2 ਘੋੜਿਆਂ ਦੇ ਸਮੇਤ। ਫਿਰ ਹੋਰ ਪਾਲਕੀ ਦੇ ਦਿੱਤੀ, ਗਲ ਵਿੱਚ ਮਹਾਰਾਜ ਸਾਹਿਬ ਦੇ ਮਾਲਾ ਪਹਿਨੀ ਸੀ ਕੀਮਤੀ, ਉਹ ਵੀ ਦੇ ਦਿੱਤੀ। ਮਹਾਰਾਜ ਸਾਹਿਬ ਜੀ ਨੇ ਆਪਣਾ ਜੋ ਵੀ ਪਹਿਨਿਆ ਹੋਇਆ ਸੀ ਕੀਮਤੀ ਤੋਂ ਕੀਮਤੀ ਵਸਤਰ ਦੇ ਦਿੱਤੇ। ਸਭ ਕੁਝ ਇਹਨਾਂ ਮੰਗਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸਭ ਕੁਝ ਇਹਨਾਂ ਬ੍ਰਾਹਮਣਾਂ ਨੂੰ ਦੇ ਦਿੱਤਾ। ਇੱਕ ਮਹਾਰਾਜ ਸਾਹਿਬ ਜੀ ਨੇ ਚਾਦਰਾ ਮਾਰਿਆ ਸੀ ਜਿਹੜਾ ਜੋ, ਤੇ ਇੱਕ ਸਤਿਗੁਰਾਂ ਨੇ ਗਲ ਵਿੱਚ ਪਹਿਨਣ ਵਾਲਾ ਪਰਨਾ, ਆਪਣੀ ਦਸਤਾਰ ਪਰਨਾ ਤੇ ਫਿਰ ਚਾਦਰਾ ਸਾਰਾ ਤਨ ਢੱਕਣ ਵਾਲਾ, ਇੰਨਾ ਕੁ ਰੱਖ ਕੇ ਬਾਕੀ ਸਾਰਾ ਕੁਝ ਹੀ ਉਹ ਜਿਹੜੇ ਲਾਲਚੀ ਬ੍ਰਾਹਮਣ ਸਨ ਉਹਨਾਂ ਨੂੰ ਦੇ ਦਿੱਤਾ। ਕਹਿੰਦੇ ਵੀ ਲਓ, ਕਹਿਣ ਦਾ ਭਾਵ ਸਤਿਗੁਰਾਂ ਸਭ ਕੁਝ ਲਾ ਕੇ ਮੱਥੇ ਮਾਰਿਆ ਵੀ ਜੇ ਇਹਦੇ ਨਾਲ ਭੁੱਖ ਮਿਟਦੀ ਹੈ ਤਾਂ ਇਹੀ ਲੈ ਲਓ, ਅਸੀਂ ਤਾਂ ਤੁਹਾਨੂੰ ਮੁਕਤ ਕਰਨਾ ਚਾਹੁੰਦੇ ਸਾਂ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜੋ ਵੀ ਕੋਈ ਸ਼ਿਵਕਾ ਪਾਲਕੀ ਆਸ ਘੋੜਾ ਸੇਂਦਨ ਰਥ ਤੇ ਜਿੰਨਾ ਕੋਈ ਧਨ ਪਦਾਰਥ ਸਤਿਗੁਰੂ ਤਾਂ ਅੱਗੇ ਵੀ ਕੁਝ ਕੋਲ ਰੱਖ ਕੇ ਰਾਜੀ ਨੇ। ਨਾਵੇਂ ਪਾਤਸ਼ਾਹ ਦੀ ਸਦਾ ਮਰਿਆਦਾ ਰਹੀ ਵੀ ਕਦੀ ਸਤਿਗੁਰਾਂ ਮਾਇਆ ਜਮਾ ਨਹੀਂ ਕੀਤੀ। ਜਦੋਂ ਕੋਈ ਸੰਗਤ ਵੱਲੋਂ ਚੜਾਵਾ ਇਕੱਤਰ ਹੁੰਦਾ ਸੀ ਉਹ ਕਿਸੇ ਨਾ ਕਿਸੇ ਪਾਸੇ ਦੇ ਹੀ ਦਿੰਦੇ ਸਨ, ਕਿਤਨਾ ਕਿਸੇ ਢੰਗ ਨਾਲ ਪਹੁੰਚਾ ਦਿੰਦੇ ਸਨ। ਕਿਤੇ ਇਹਦੇ ਬ੍ਰਾਹਮਣਾਂ ਨੇ ਮੰਗਿਆ, ਕਹਿੰਦੇ ਸਾਰਾ ਕੁਝ ਦੇ ਦਿਓ। ਮਹਾਰਾਜ ਨੇ ਇਹਨਾਂ ਦੀ ਭੁੱਖ ਕੱਢਣ ਵਾਸਤੇ ਸਾਰਾ ਧਨ ਵੀ ਦੇ ਦਿੱਤਾ। ਤੇ ਲੈ ਕੇ ਬ੍ਰਾਹਮਣਾਂ ਨੇ ਜੈ ਜੈਕਾਰ ਕੀਤੀ। ਉਹ ਤਾਂ ਖੁਸ਼ ਹੋ ਗਏ ਵੀ ਆਹ ਤਾਂ ਗੱਲ ਬਣ ਗਈ ਵੀ ਕੋਈ ਟਕਾ ਕੋਈ 2 ਟਕੇ ਦਿੰਦਾ ਸੀ, ਉਹ ਵੀ ਤਰਲੇ ਕੱਢ ਕੇ ਸਤਿਗੁਰਾਂ ਨੇ ਤਾਂ ਸਾਡਾ ਕਈ ਮਹੀਨਿਆਂ ਦਾ ਕੰਮ ਸਾਰਤਾ। ਇਹ ਸਤਿਗੁਰਾਂ ਕੋ ਲੈ ਕੇ ਪਦਾਰਥ ਬੜੇ ਖੁਸ਼ ਹੋਏ। ਤੇ ਜਦੋਂ ਕੁਝ ਸਮਾਂ ਲੰਘ ਗਿਆ ਸਤਿਗੁਰੂ ਸਾਹਿਬ ਆਪਣੇ ਡੇਰੇ ਚਲੇ ਗਏ ਤੇ ਇਹਨਾਂ ਨੂੰ ਫਿਰ ਥੋੜੀ ਸੁੱਧ ਬੁੱਧ ਜੀ ਆਈ। ਇਹਨਾਂ ਦੇ ਮਨ ਵਿੱਚ ਹੋਰ ਲਾਲਚ ਜਿਹਾ ਜਾਗਿਆ ਤੇ ਆਪਸ ਵਿੱਚ ਸੋਚ ਕੇ ਕਹਿਣ ਲੱਗੇ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਨਾਮੇ ਥਾਂ ਬੈਠੇ ਨੇ, ਜਗਤ ਗੁਰੂ ਨੇ, ਇਹਨਾਂ ਦੀ ਸੰਸਾਰ ਵਿੱਚ ਬਹੁਤੀ ਵੱਡੀ ਵਡਿਆਈ ਹੈ। ਵੇਖੋ ਵੀ ਆ ਜੋ ਕੁਝ ਸਾਨੂੰ ਇਹ ਦੇ ਗਏ ਆ, ਇੰਨਾ ਸਮਾਜ ਜਿਹੜਾ ਲੈਣਾ ਇਹਨਾਂ ਤੋਂ ਹੀ ਬਾਣੇ ਆਉਂਦਾ, ਹੋਰ ਕੌਣ ਦਿੰਦਾ ਹੈ? ਨਾ ਕੋਈ ਮੰਗਿਆ ਦਿੰਦਾ ਹੈ ਤੇ ਨਾ ਕੋਈ ਖੁਸ਼ੀ ਨਾ ਦਿੰਦਾ ਹੈ। ਤੇ ਆਪਸ ਵਿੱਚ ਬ੍ਰਾਹਮਣਾਂ ਨੇ ਸਲਾਹ ਕੀਤੀ ਵੀ ਨਹਿ ਕਿਛ ਵੱਡੋ, ਵੀ ਗੁਰੂ ਤੇਗ ਬਹਾਦਰ ਸਾਹਿਬ ਕੁਝ ਵੀ ਦੇ ਸਕਦੇ, ਇਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ, ਹੋਰ ਵੀ ਸਾਨੂੰ ਜੇ ਮੰਗੀਏ ਤੇ ਦੇ ਸਕਦੇ ਆ। ਤੇ ਆਪਣੇ ਚਿੱਤ ਵਿੱਚ ਚੰਗੀ ਤਰ੍ਹਾਂ ਇਹ ਪਾਂਡਿਓ ਤੁਸੀਂ ਸੋਚ ਵਿਚਾਰ ਕਰਕੇ ਕੋਈ ਲੰਮੀ ਸੋਚ ਕਰੋ ਜਿਹੜਾ ਬਹੁਤਾ ਕੰਮ ਸਰ ਜਾਵੇ। ਸਲਾਹ ਕਰਕੇ ਕਹਿੰਦੇ ਵੀ ਇਦਾਂ ਕਰੀਏ ਵੀ ਇਹਨਾਂ ਕੋ ਪੱਤਰ ਪਟਾ ਹੀ ਲਿਖਾ ਲਈਏ ਗੁਰੂ ਤੇਗ ਬਹਾਦਰ ਸਾਹਿਬ ਕੋਲ, ਉਹ ਪਟਾਏ ਲਿਖਾ ਲਈਏ ਵੀ ਜਿਵੇਂ ਸਾਨੂੰ ਮਹਾਰਾਜ ਨੇ ਦਿੱਤਾ ਇਸੇ ਤਰ੍ਹਾਂ ਜਿਹੜੀ ਅੱਗੇ ਸਾਡੀ ਸੰਤਾਨ ਹੋਵੇਗੀ, ਜਿਹੜੇ ਸਾਡੇ ਪਰਿਵਾਰ ਦੇ ਜੀ ਹੋਣਗੇ ਉਹ ਵੀ ਜੋ ਕੁਝ ਸਿੱਖਾਂ ਦੇ ਕੋਲ ਲੈਣਾ ਚਾਹਣ। ਹਮਾਰੀ ਸੰਤਤ ਲੈ ਨਿਤ ਜੈਸੇ, ਜਿਵੇਂ ਸਾਡੀ ਸੰਤਾਨ ਦਾ ਕੰਮ ਚੱਲਦਾ ਰਹੇ ਉਹਨਾਂ ਨੂੰ ਵੀ ਗੁਰੂ ਘਰ ਚੋਂ ਸੰਗਤਾਂ ਕੋਲੋਂ ਕੁਝ ਨਾ ਕੁਝ ਮਿਲਦਾ ਰਹੇ। ਕਹਿੰਦੇ ਵੀ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਲਿਖਤ ਕਰਾ ਲਈਏ, ਕਿਉਂਕਿ ਨਵੇਂ ਪਾਤਸ਼ਾਹ ਜੇ ਲਿਖ ਦੇਣਗੇ ਫਿਰ ਸਿੱਖ ਨਹੀਂ ਦੇਣ ਤੋਂ ਇਨਕਾਰ ਕਰਨਗੇ। ਜੇ ਤੱਕ ਸੰਗਤ ਜਗਤ ਤੁਮਾਰੀ, ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹੀਏ ਜਾ ਕੇ ਕਿ ਮਹਾਰਾਜ ਜਗਤ ਵਿੱਚ ਜਿੰਨੀ ਵੀ ਤੁਹਾਡੀ ਸੰਗਤ ਹੈ ਮਹਾਰਾਜ ਸਾਰਿਆਂ ਕੋਲ ਦਾਨ ਲੈਣ ਦੇ ਅਸੀਂ ਅਧਿਕਾਰੀ ਹੈ, ਤੁਸੀਂ ਇਕੱਲੇ ਹੀ ਕਿਉਂ? ਤੁਹਾਡੇ ਸਿੱਖ ਵੀ ਸਾਨੂੰ ਕੁਝ ਨਾ ਕੁਝ ਦਿਆ ਕਰਨ, ਇਹੋ ਜਿਹਾ ਲਿਖ ਦਿਓ। ਐਵੇਂ ਲਾਲਚ ਵਸ ਹੋ ਕੇ ਸਲਾਹ ਕਰਕੇ ਫਿਰ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਗਏ। ਆ ਕੇ ਕਹਿਣ ਲੱਗੇ ਹੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੀ ਫਤਿਹ ਹੋਵੇ, ਸਦਾ ਜੈ ਜੈਕਾਰ ਹੋਵੇ। ਕਹਿਣ ਲੱਗੇ ਮਹਾਰਾਜ ਜੋ ਇਸ ਵੇਲੇ ਤੁਹਾਡੇ ਕੋਲ
ਤੋਂ ਅਸੀਂ ਮੰਗਣਾ ਕੀਤਾ ਆਪਨੇ ਸੋ ਸਭ ਲਈ ਉਹ ਆਪਨੇ ਸਾਨੂੰ ਦੇਤਾ ਤੇ ਅਸੀਂ ਸਾਰਾ ਕੁਝ ਸੰਭਾਲ ਲਿਆ ਆਪਣੇ ਘਰਾਂ ਵਿੱਚ ਜਾ ਕੇ ਤੇ ਹੁਣ ਅਸੀਂ ਚਾਹੁੰਦੇ ਆ ਵੀ ਜਿਵੇਂ ਤੁਸੀਂ ਦਿੱਤਾ ਏ ਤੁਹਾਡੀ ਜਿੰਨੀ ਵੀ ਸੰਗਤ ਹੈ ਉਹ ਵੀ ਸਾਨੂੰ ਕੁਝ ਦਾਨ ਕਰਿਆ ਕਰੇ। ਮਹਾਰਾਜ ਬੜਾ ਵੱਡਾ ਪੁੰਨ ਲੱਗੂਗਾ ਇੱਥੇ ਚਿੱਠੀ ਪੱਤਰ ਲਿਖ ਦੋ ਕੋਈ ਹੁਕਮਨਾਮਾ ਲਿਖ ਦੋ ਜੀ ਤੇ ਲਿਖ ਦੋ ਸੰਗਤਾਂ ਦੇ ਪ੍ਰਤੀ ਵੀ ਇਹ ਗਿਆ ਦੇ ਬ੍ਰਾਹਮਣਾਂ ਨੂੰ ਤੇ ਇਹਨਾਂ ਦੀ ਸੰਤਾਨ ਨੂੰ ਅੱਗੇ ਤੋਂ ਅੱਗੇ ਦਾਨ ਦਿਆ ਕਰੋ। ਏਦਾਂ ਦਾ ਮਹਾਰਾਜ ਕੁਝ ਲਿਖ ਕੇ ਜਾਵੋ। ਸ੍ਰੀ ਸਤਿਗੁਰ ਫਰਮਾਏ ਇਹਨਾਂ ਦਾ ਇਲਾਜ ਜਿਹਾ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਕਹਿੰਦੇ ਉਹ ਬ੍ਰਾਹਮਣੋ ਪਹਿਲਾਂ ਜੋ ਸਾਡੇ ਕੋਲ ਤੁਸੀਂ ਮੰਗਿਆ ਸੀ ਉਹੀ ਤੁਹਾਨੂੰ ਦੇਤਾ। ਹੁਣ ਮਹਾਰਾਜ ਕਹਿੰਦੇ ਲੋਭ ਕਿਉਂ ਕਰਦੇ ਹੋ ਐਵੇਂ ਲੋਭ ਸ਼ੋਭ ਤਜ ਇਹ ਲੋਭ ਇਹ ਖੋਭ ਜੀ ਜਿਹੜੀ ਹੈ ਨਾ ਵੀ ਹੋਰ ਲੈ ਲਈਏ ਤੇ ਇਹ ਸਾਰਾ ਕੁਝ ਤਜ ਕੇ ਸੰਤੋਖ ਧਾਰਨ ਕਰੋ ਸੰਤੋਖੀ ਬਣੋ। ਉਹ ਧਰਮੀ ਪੁਰਖ ਖਵਾਉਂਦੇ ਹੋ ਥੋੜਾ ਬਹੁਤ ਦਾ ਧਰਮ ਕਮਾਓ ਵੀ ਜੋ ਮੰਗਿਆ ਤੁਹਾਨੂੰ ਦੇਤਾ ਆ ਹੁਣ ਹੋਰ ਲੋਭ ਜਿਹਾ ਕਰੀ ਜਾਂਦੇ ਹੋ। ਆਪਣੇ ਧਰਮ ਨੂੰ ਨਿਰਦੋਸ਼ ਰੱਖੋ। ਜੇ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਬ੍ਰਾਹਮਣ ਹੈ ਤੇ ਬ੍ਰਾਹਮਣਾਂ ਬਾਰੇ ਗੱਲ ਹੈ ਵੀ ਇਹ ਜੋ ਮਿਲ ਜਾਵੇ ਉਹਦੇ ਉੱਤੇ ਸੰਤੁਸ਼ਟ ਰਹਿੰਦੇ ਨੇ ਤੇ ਰੱਬ ਰੱਬ ਕਰਦੇ ਆ ਨਾ ਫਿਰ ਹੁਣ ਆਪਣਾ ਧਰਮ ਕਿਉਂ ਹਾਰਦੇ ਹੋ ਤੁਸੀਂ। ਇਹ ਤਾਂ ਬ੍ਰਾਹਮਣ ਦਾ ਮੁੱਖ ਧਰਮ ਹੀ ਇਹ ਆ ਜਿਹਨੇ ਬ੍ਰਾਹਮਣ ਬਣਨਾ ਹੋਵੇ ਵੀ ਜੋ ਲਾਭ ਹੋ ਗਿਆ ਉਹਦੇ ਵਿੱਚ ਸੰਤੁਸ਼ਟ ਹੋਵੇ ਉੱਤੇ ਹੀ ਸ਼ੁਕਰ ਕਰੇ ਰੱਬ ਦਾ। ਪਰ ਤੁਹਾਡੇ ਦਾ ਕਬਾੜ ਖੁੱਲੇ ਪਏ ਐ ਇਸ ਕਰਕੇ ਗਿਆ ਦੇ ਉਸ ਤੀਰਥ ਦੇ ਬ੍ਰਾਹਮਣਾਂ ਨੂੰ ਨਾਵੇਂ ਪਾਤਸ਼ਾਹ ਕਹਿੰਦੇ ਜਿੰਨੀ ਤੁਹਾਡੀ ਪਰਾਲਬਧ ਸੀ ਆਪ ਜਿੰਨਾ ਕਿ ਤੁਹਾਡੇ ਕੋਲ ਮੰਗਿਆ ਗਿਆ ਜਿੰਨਾ ਕਿ ਤੁਹਾਨੂੰ ਮਿਲਣਾ ਸੀ ਪਦਾਰਥ ਉਹ ਪਰਾਲਬਧ ਅਨੁਸਾਰ ਉਨੀ ਹੀ ਵਸਤੂ ਤੁਸੀਂ ਮੰਗੀ ਸਰਬੰਸ ਮੰਗਿਆ ਸੀ ਸਾਰਾ ਕੁਝ ਜੋ ਪਦਾਰਥ ਸੀ ਤੁਹਾਨੂੰ ਦੇ ਆਏ। ਇਸ ਤਰ੍ਹਾਂ ਵਚਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਫਿਰ ਸਤਿਗੁਰੂ ਨੇ ਮੌਨ ਧਾਰ ਲਿਆ ਤੇ ਭੋਜਨ ਪ੍ਰਸ਼ਾਦਾ ਛਕ ਕੇ ਲੰਗਰ ਦੇ ਵਿੱਚੋਂ ਰਾਤ ਬਤੀਤ ਕੀਤੀ ਹੈ। ਇਹ ਬ੍ਰਾਹਮਣ ਲਾਲਚ ਵਸ ਫੇਰ ਆ ਗਏ ਕਿਉਂਕਿ ਗੁਰਾਂ ਨੇ ਇਹਨਾਂ ਨੂੰ ਜੋ ਮੰਗਿਆ ਉਹ ਦੇ ਦਿੱਤਾ। ਹੁਣ ਕਹਿੰਦੇ ਵੀ ਸਾਨੂੰ ਲਿਖਤ ਕਰ ਦਿਓ ਵੀ ਤੁਹਾਡੇ ਸਿੱਖ ਵੀ ਸਾਨੂੰ ਦਿੰਦੇ ਰਹਿਣ ਤੇ ਨਵੇਂ ਪਾਤਸ਼ਾਹ ਕਹਿਣ ਲੱਗੇ ਵੀ ਇਦਾਂ ਨਹੀਂ ਹੋ ਸਕਦਾ। ਹੁਣ ਕਈ ਨਾ ਇੱਥੇ ਜਦੋਂ ਉਧਰ ਕੋਈ ਜਾਵੇ ਤਾਂ ਉਹ ਕਹਿੰਦੇ ਵੀ ਇੱਥੇ ਵੇਖੋ ਗੁਰੂ ਸਾਹਿਬ ਨੇ ਵੀ ਦਾਨ ਕੀਤਾ ਸੀ ਇਦਾਂ ਭਰਮਿਆ ਵੀ ਪਾਉਂਦੇ ਹਨ। ਸਾਧ ਸੰਗਤ ਜੇ ਕੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਭਾਵਨਾ ਸ਼ਰਧਾ ਹੁੰਦੀ ਨਾ ਉਹਨਾਂ ਦੇ ਉੱਪਰ ਤਾਂ ਮਹਾਰਾਜ ਸਾਹਿਬ ਜੀ ਨੇ ਪੜਾ ਵੀ ਲਿਖ ਦੇਣਾ ਸੀ। ਸ਼ਰਧਾ ਦੀ ਗੱਲ ਹੀ ਨਹੀਂ ਉਹਦਾ ਭੁੱਖੇ ਵੇਖ ਕੇ ਮੰਗਤੇ ਬੜੇ ਵੇਖ ਕੇ ਸਤਿਗੁਰਾਂ ਦਾ ਸੁਭਾਅ ਹੈ ਦੇ ਦਿੱਤਾ। ਜਦੋਂ ਉਹਨਾਂ ਨੇ ਸੰਗਤ ਦੀ ਵੀ ਲਿਖਤ ਕਰਨ ਨੂੰ ਕਿਹਾ ਵੀ ਸੰਗਤ ਵੀ ਆ ਕੇ ਦੇ ਤੇ ਸਾਨੂੰ ਦਾਨ ਦਵੇ ਲਿਖ ਦਿਓ ਉਹ ਤੋਂ ਮਹਾਰਾਜ ਨੇ ਇਨਕਾਰ ਕੀਤਾ ਕਹਿੰਦੇ ਨਹੀਂ ਜੋ ਤੁਹਾਨੂੰ ਚਾਹੀਦਾ ਸੀ ਉਹ ਦੇ ਦਿੱਤਾ। ਇਹੋ ਜਿਹੇ ਕਰਮ ਜਿਹੜੇ ਕੋਈ ਪੁੰਨ ਕਰਨੇ ਕੋਈ ਫਾਲੇ ਸਾਡੀ ਸੰਗਤ ਨੂੰ ਸਾਨੂੰ ਲੋੜ ਨਹੀਂ। ਗੁਰੂ ਨਾਨਕ ਸਾਹਿਬ ਸਾਨੂੰ ਉਹੀ ਨਿਹਾਲ ਕਰਨਗੇ ਲੋੜਵੰਦ ਦੀ ਮਦਦ ਕਰਾਂਗੇ ਭਰਿਆਂ ਦੇ ਘਰ ਭਰੀ ਜਾਣੇ ਕੋਈ ਬਹੁਤੀ ਚੰਗੀ ਸੇਵਾ ਨਹੀਂ ਆ। ਇਹੋ ਜਿਹੇ ਬਚਨਾਂ ਅਨੇਕਾਂ ਹੋਰ ਨਵੇਂ ਪਾਤਸ਼ਾਹ ਕੀਤੇ ਇਹਨਾਂ ਨੂੰ ਉਪਦੇਸ਼ ਦਿੱਤਾ। ਸ਼ਰਮਿੰਦੇ ਦੇ ਹੋਏ ਨੀਵੀਆਂ ਪੈ ਗਈਆਂ ਨਾ ਬ੍ਰਾਹਮਣਾਂ ਦੀਆਂ। ਸਤਿਗੁਰੂ ਸਾਹਿਬ ਜੀ ਕੋਲੋਂ ਨੀਵੀਂ ਜੀ ਪਾ ਕੇ ਫਿਰ ਵਾਪਸ ਮੁੜ ਆਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਹੀ ਫਿਰ ਮੌਨ ਧਾਰ ਲਿਆ ਭੋਜਨ ਪ੍ਰਸ਼ਾਦਾ ਛਕ ਕੇ ਗਰੀਬ ਨਿਵਾਸ ਸਾਹਿਬ ਜੀ ਨੇ ਰਾਤ ਬਤੀਤ ਕੀਤੀ ਹੈ ਤੇ ਅਗਲੇ ਦਿਨ ਫਿਰ ਇੱਥੋਂ ਸਤਿਗੁਰੂ ਜੀ ਜਿਵੇਂ ਸਾਧ ਸੰਗਤ ਜੀ ਜੈਤਾ ਸੇੜ ਦੇ ਕੋਲ ਪਹੁੰਚਣਗੇ ਨਵੇਂ ਪਾਤਸ਼ਾਹ ਅਤੇ ਉਸ ਗੁਰਸਿੱਖ ਨੂੰ ਨਿਹਾਲ ਕਰਕੇ ਫਿਰ ਪਟਨੇ ਪਹੁੰਚਣਗੇ। ਇਹ ਕਥਾ ਪਾਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਸਦਾ ਬਖਸ਼ਣਹਾਰ ਹੈ। ਆਓ ਜੋ ਅੱਜ ਜੋ ਮਹੀਨਾਵਾਰੀ ਉਪਦੇਸ਼ ਹੈ ਸੰਖੇਪ ਅਰਥ ਵਿਚਾਰ ਜੋ ਸਾਨੂੰ ਪੰਜਵੇਂ ਪਾਤਸ਼ਾਹ ਵੱਲੋਂ ਸਿੱਖਿਆ ਮਿਲੀ ਹੈ ਉਹ ਸਿੱਖਿਆ ਸਰਵਣ ਕਰਨ ਦੇ ਲਈ ਮਗਰ ਮਹੀਨੇ ਦਾ ਉਪਦੇਸ਼ ਸਰਵਣ ਕਰਨ ਦੇ ਵਾਸਤੇ ਹਾਜ਼ਰੀ ਭਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਗਲ ਮਾਏ ਸੋਨਦੀਆ ਮਗਰ ਦਾ ਮਹੀਨਾ ਸਾਧ
ਸੰਗਤ ਸਿਸ਼ੀਰ ਰੁੱਤ ਦਾ ਪਹਿਲਾ ਮਹੀਨਾ ਹੈ। ਅਬ ਖਾਈ ਦਿੱਤਾ ਨਾ, ਠੰਡ ਆ ਗਈ ਹੈ ਤੇ ਮੱਘਰ ਤੇ ਪੋਹ ਇਹ ਦੋ ਸਿਸ਼ੀਰ ਰੁੱਤ ਹੈ, ਇਹਦੇ ਵਿੱਚ ਬਹੁਤ ਠੰਡ ਪੈਂਦੀ ਹੈ। ਤੇ 6 ਰੁੱਤਾਂ ਨੇ, 12 ਮਹੀਨੇ ਨੇ। 6 ਰੁੱਤਾਂ ਦੇ ਵਿੱਚੋਂ ਇਹ ਸਿਸ਼ੀਰ ਰੁੱਤ ਹੈ ਅਤੇ 12 ਮਹੀਨੇ ਜਿਹੜੇ ਹਨ, ਜਿਸ ਦਿਨ ਸੂਰਜ ਆਪਣਾ ਇੱਕ ਘਰ ਛੱਡ ਕੇ ਦੂਜੇ ਘਰ 'ਚ ਰਾਸ 'ਚ ਆਉਂਦਾ, ਉਸ ਦਿਨ ਨੂੰ ਸੰਗਰਾਂਦ ਕਹਿੰਦੇ ਨੇ। ਪਹਿਲੇ ਸਮਿਆਂ ਦੇ ਲੋਕ ਜਿਹੜੇ ਹਨ ਸਨਾਤਨੀ, ਉਹ ਸੂਰਜ ਦੀ ਪੂਜਾ ਕਰਦੇ ਨੇ ਵੀ ਸੂਰਜ ਸਾਡੇ ਤੇ ਕਿਰਪਾ ਰੱਖੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖਾਂ ਨੂੰ ਕਰਤੇ ਦੀ ਪੂਜਾ ਨਾਲ ਜੋੜਿਆ, ਕਿਰਤਮ ਦੀ ਪੂਜਾ ਤੋਂ ਹਟਾ ਕੇ ਵੀ ਸੂਰਜ ਨੇ, ਉਹ ਤਾਂ ਆਪ ਰੱਬ ਦੇ ਹੁਕਮ 'ਚ ਹੈ, ਉਹਦੇ ਕੋਲ ਕੀ ਮੰਗਦੇ ਹੋ? ਜੇ ਮੰਗਣਾ ਹੈ ਤਾਂ ਵਾਹਿਗੁਰੂ ਕੋ ਮੰਗੋ। ਨਮੋ ਸੂਰਜ ਸੂਰਜੇ, 10ਵੇਂ ਪਾਤਸ਼ਾਹ ਨੇ ਬਚਨ ਕਹਿਤੇ ਵੀ ਨਮਸਕਾਰ ਸਾਡੀ ਉਹਨੂੰ ਹੈ ਜਿਹੜਾ ਸੂਰਜਾਂ ਦਾ ਵੀ ਸੂਰਜ ਹੈ। ਸੂਰਜ ਨੂੰ ਪਾਣੀ ਦੇਣਾ, ਸੂਰਜ ਦੀ ਪੂਜਾ ਕਰਨੀ, ਸੂਰਜ ਨਮਸਕਾਰ ਕਰਨੀ, ਇਹੋ ਜਿਹੇ ਜਿਹੜੇ ਕਰਮ ਨੇ ਇਹ ਸਿੱਖਾਂ ਤੈਨੂੰ ਕਰਨ ਦੀ ਲੋੜ ਨਹੀਂ। ਤੂੰ ਪਰਮੇਸ਼ਰ ਦੀ ਵਡਿਆਈ ਕਰ, ਰੱਬ ਨੂੰ ਨਮਸਕਾਰ ਕਰ। ਉਹ ਉਪਦੇਸ਼ ਦ੍ਰਿੜ ਕਰਾਉਣ ਲਈ ਮਹੀਨਿਆਂ ਦੇ ਬੱਝੀ ਮਹਾਰਾਜ ਨੇ ਸਾਨੂੰ ਬਾਣੀ ਵਿੱਚ ਸਿੱਖਿਆ ਦਿੱਤੀ। ਮੱਘਰ ਮਹੀਨੇ ਦਾ ਨਾਮ ਹੈ ਤੇ ਆ ਜੋ ਮਨੁੱਖਾ ਜਨਮ ਹੈ ਵੀ ਸਾਡਾ ਮੱਘਰ ਦਾ ਮਹੀਨਾ ਹੀ ਜਾਣ ਲਓ। ਮੱਘਰ ਦੇ ਮਹੀਨੇ ਦੇ ਵਿੱਚ ਮਨੁੱਖਾ ਜਨਮ ਵਿੱਚ ਮਾਹੇ ਸੋ ਹੁੰਦੀਆਂ, ਉਹ ਜੀਵ ਇਸਤਰੀਆਂ, ਉਹ ਰੂਹਾਂ ਸ਼ੋਭਨੀਕ ਹਨ। ਭਾਵ ਉਹ ਜੀਵ, ਉਹ ਸਿੱਖ ਸੋਹਣੇ ਫੱਬਦੇ ਹਨ ਮੱਘਰ ਮਹੀਨੇ ਵਿੱਚ। ਹਾਂ, ਜਿਹੜੇ ਹਰੀ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਮਿਲ ਕੇ ਬੈਠਦੇ ਨੇ, ਭਾਵ ਵਾਹਿਗੁਰੂ ਦੀ ਭਜਨ ਬੰਦਗੀ ਵਿੱਚ ਸਮਾਂ ਲਾਉਂਦੇ ਨੇ, ਸੰਗਤ ਵਿੱਚ ਬੈਠਦੇ ਨੇ, ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਰਹਿੰਦੇ ਹਨ, ਉਹ ਸ਼ੋਭਾ ਪਾਉਂਦੇ ਹਨ ਮਹੀਨੇ ਵਿੱਚ। ਉਹਨਾਂ ਜੀਵ ਇਸਤਰੀਆਂ ਦੀ, ਉਹਨਾਂ ਗੁਰਸਿੱਖਾਂ ਦੀ ਕੀ ਮਹਾਰਾਜ ਕਹਿੰਦੇ ਵਡਿਆਈ ਤੁਹਾਨੂੰ ਅਸੀਂ ਗਿਣ ਕੇ ਦਸੀਏ, ਹਿਸਾਬ ਕਿਤਾਬ ਲਾ ਕੇ ਕੀ ਦੱਸਣਾ ਕਰੀਏ ਵੀ ਕਿੰਨੇ ਕੋ ਧਨ ਹਨ। ਜਿਨ੍ਹਾਂ ਜੀਵ ਇਸਤਰੀਆਂ ਨੂੰ, ਜਿਨ੍ਹਾਂ ਸਿੱਖਾਂ ਨੂੰ ਸਾਹਿਬ ਨੇ ਆਪ ਆਪਣੀ ਸੰਗਤ 'ਚ ਆਪਣੇ ਚਰਨਾਂ 'ਚ ਮੇਲ ਲਿਆ, ਉਹ ਧਨ ਹਨ। ਉਹਨਾਂ ਦੀ ਕਿੱਡੀ ਕੁ ਵਡਿਆਈ ਹੈ, ਕਿੰਨੇ ਕੁ ਗੁਣ ਨੇ, ਕਹੇ ਨਹੀਂ ਜਾ ਸਕਦੇ। ਉਹਨਾਂ ਅੰਦਰ ਕੋਈ ਮੰਦਾ ਫੁਰਨਾ ਹੀ ਨਹੀਂ ਫੁਰਦਾ। ਉਹਨਾਂ ਦਾ ਤਨ ਵੀ ਸੇਵਾ ਕਰਕੇ, ਮਨ ਸਿਮਰਨ ਕਰਕੇ ਰਾਮ ਪਰਮੇਸ਼ਰ ਨਾਲ ਹੀ ਮੌਲਿਆ ਮਿਲ ਜਾਂਦਾ। ਮੌਲਿਆ ਨਾਮ ਖਿੜਨ ਦਾ ਵੀ ਹੈ, ਸਰੀਰ ਕਰਕੇ, ਮਨ ਕਰਕੇ ਆਨੰਦ ਵਿੱਚ ਰਹਿੰਦੇ ਨੇ। ਮਹਾਰਾਜ ਕੌਣ ਆਨੰਦ ਮਾਣਦੇ ਨੇ ਤਨੋਂ ਮਨੋਂ ਹੋ ਕੇ? ਕਹਿੰਦੇ ਵੀ ਜੋ ਸਾਧ ਸੰਗਤ ਸੰਗ ਸਾਧ ਸਹੇਲੜੀ ਆ। ਕਹਿੰਦੇ ਜੋ ਜੀਵ ਇਸਤਰੀਆਂ ਮਹਾਤਮਾ ਰੂਪ ਸਹੇਲੀਆਂ ਨਾਲ ਮਿਲ ਕੇ ਬੈਠਦੀਆਂ, ਭਾਵ ਜਿਹੜੇ ਜੀਵ ਸੰਗਤ ਵਿੱਚ ਮਿਲ ਕੇ ਗੁਰੂ ਸਾਹਿਬ ਨਾਲ ਬੈਠਦੇ ਨੇ, ਗੁਰੂ ਦੀ ਸੰਗਤ ਕਰਦੇ ਨੇ, ਉਹ ਤਨ ਮਨ ਕਰਕੇ ਨਿਹਾਲ ਹੋ ਜਾਂਦੇ। ਕਿਉਂਕਿ ਤਨ ਕਰਕੇ ਸੇਵਾ ਕਰਦੇ ਨੇ, ਮਨ ਕਰਕੇ ਸਿਮਰਨ ਕਰਦੇ ਨੇ ਤੇ ਤਨੋਂ ਮਨੋਂ ਸੇਵਾ ਸਿਮਰਨ ਵਿੱਚ ਲੱਗਣ ਕਰਕੇ ਉਹ ਨਿਹਾਲ ਹੋ ਜਾਂਦੇ ਹਨ। ਤੇ ਦੂਜੇ ਪਾਸੇ ਇਹ ਵੀ ਗੱਲ ਸਾਹਿਬ ਕਹਿੰਦੇ ਵੀ ਇਹ ਮੱਘਰ ਦੇ ਮਹੀਨੇ ਵਿੱਚ ਵੀ ਜਿਹੜੇ ਪੁਰਖ, ਜਿਹੜੀਆਂ ਜੀਵ ਇਸਤਰੀਆਂ, ਜਿਹੜੀਆਂ ਰੂਹਾਂ ਸਾਧ ਸੰਗਤ ਕਰਨ ਤੋਂ ਬਾਹਰ ਨੇ, ਭਾਵ ਜੋ ਸੰਗਤ ਨਹੀਂ ਕਰਦੇ, ਕਿਤੇ ਘਰ ਜਸ ਨਹੀਂ ਕਰਦੇ, ਹਰ ਵੇਲੇ ਬੇਮੁਖ ਹੋਏ ਰਹਿੰਦੇ ਹਨ। ਉਹ ਜੀਵ ਇਸਤਰੀਆਂ, ਉਹ ਗੁਰਸਿੱਖ ਹੋਵੇ ਭਾਵੇਂ ਕੋਈ ਮਨੁੱਖ ਹੋਵੇ, ਜੇ ਸਿੱਖੀ ਕਮਾਵੇਗਾ ਨਹੀਂ, ਜੇ ਸੰਗਤ ਵਿੱਚ ਬੈਠੇਗਾ ਨਹੀਂ, ਉਹ ਇਕੱਲੇ ਰਹਿੰਦੇ ਹਨ। ਭਾਵ ਕਿ ਉਹ ਜੀਵ ਇਸਤਰੀਆਂ ਛੁੱਟੜ ਹੋਈਆਂ ਰਹਿੰਦੀਆਂ ਨੇ। ਛੁੱਟੜ ਤੋਂ ਭਾਵ ਕਿ ਰੱਬ ਤੋਂ ਟੁੱਟੇ ਰਹਿੰਦੇ ਨੇ, ਮਾਲਕ ਤੋਂ ਵਿਛੜੇ ਰਹਿੰਦੇ ਹਨ, ਨਰਕਾਂ ਵਿੱਚ ਦੁੱਖਾਂ ਵਿੱਚ ਧੱਕੇ ਖਾਂਦੇ ਹਨ। ਤੇ ਉਹ ਜਿਹੜੇ ਬੇਮੁਖ ਛੁੱਟੜ ਪੁਰਖ ਨੇ, ਜਿਹੜੇ ਜੀਵ ਸੰਗਤ ਨਹੀਂ ਕਰਦੇ, ਉਹਨਾਂ ਨੂੰ ਜੰਮਣ ਮਰਨ ਦੇ ਸਮੇਤ ਇੰਨੇ ਕੁ ਦੁੱਖ ਪੈਂਦੇ ਐ ਕਿ ਉਹਨਾਂ ਦਾ ਦੁੱਖ ਕਦੀ ਸਿਰੋਂ ਲੱਥਦਾ ਹੀ ਨਹੀਂ ਹੈ। ਜਿਵੇਂ ਪੁਰਾਣੇ ਸਮਿਆਂ 'ਚ ਇੱਕ ਆਮ ਹੀ ਖੇਡ ਖੇਡਦੇ ਆ, ਕਹਿੰਦੇ ਹੁੰਦੇ ਸਨ ਭੰਡਾ ਭੰਡੌਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲਾ ਦੂਜੀ ਤਿਆਰ। ਬਸ ਏਦਾਂ ਹੀ ਇੱਕ ਦੁੱਖ ਮੁੱਕਾ ਦੂਸਰਾ ਦੁੱਖ, ਇੱਕ ਸਜ਼ਾ ਪੂਰੀ ਹੋਈ ਦੂਜੀ ਸਜ਼ਾ। ਜਿਹੜੇ ਬੇਮੁਖ ਨੇ ਉਹ ਸਦਾ ਸਜ਼ਾ ਹੀ ਪਾਉਂਦੇ, ਦੁਖੀ ਰਹਿੰਦੇ ਨੇ, ਧੱਕੇ ਹੀ ਖਾਂਦੇ ਹਨ। ਜਿਹੜੇ ਵੀ ਜਨਮ ਵਿੱਚ ਜਾਂਦੇ, ਜਿਹੜੀ ਵੀ ਜੂਨ ਵਿੱਚ ਜਾਂਦੇ ਹਨ,
ਵੇਖੋ ਸੰਗਤ ਨਾ ਕਰਨ ਦਾ ਕਿੱਡਾ ਨੁਕਸਾਨ ਹੋ ਜਾਂਦਾ ਏ। ਜਿਹੜੇ ਸੰਗਤ ਨਹੀਂ ਕਰਦੇ ਉਹ ਬੇਮੁਖ ਨੇ, ਉਹਨਾਂ ਨੂੰ ਇੰਨੇ ਕੁ ਦੁੱਖ ਪੈਂਦੇ ਨੇ, ਇੰਨੀਆਂ ਕੁ ਬਿਪਤਾ ਵੀ ਕਦੀ ਮੁੱਕਣ ਦਾ ਨਾਂ ਨਹੀਂ ਲੈਂਦੀਆਂ। ਜ਼ਿੰਦਗੀ ਮੁੱਕ ਜਾਂਦੀ ਹੈ, ਦੁੱਖ ਨਹੀਂ ਉਹਨਾਂ ਦੇ ਖਤਮ ਹੁੰਦੇ। ਤੇ ਜਾ ਕੇ ਫਿਰ ਅਖੀਰ ਉਹ ਰੂਹਾਂ, ਉਹ ਜੀਵ ਇਸਤਰੀਆਂ, ਉਹ ਮਨੁੱਖ ਜਮਾਂ ਦੇ ਵੱਸ ਪੈਂਦੇ ਨੇ, ਜਮਾਂ ਦੀ ਮਾਰ ਖਾਂਦੇ ਹਨ, ਹਰ ਸਮੇਂ ਨਰਕਾਂ 'ਚ ਪਏ ਰਹਿੰਦੇ ਨੇ। ਪਰ ਦੂਜੇ ਪਾਸੇ ਜਿਨ੍ਹਾਂ ਨੇ ਸੰਗਤ ਨਾਲ ਮਿਲ ਕੇ ਆਪਣਾ ਜਾਣ ਕੇ ਪਤੀ ਪਰਮੇਸ਼ਰ ਅਕਾਲ ਪੁਰਖ ਦੇ ਆਨੰਦ ਨੂੰ ਰਾਵਿਆ ਮਾਣਿਆ ਹੈ, ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਪਰਮੇਸ਼ਰ ਦੇ ਮਿਲਾਪ ਨੂੰ ਮਾਣਿਆ ਹੈ, ਉਹ ਮਹਾਰਾਜ ਕਹਿੰਦੇ ਜੀਵ ਇਸਤਰੀਆਂ ਨੇਤੀ ਖੜੀਆਂ ਦੇਖਦੀਆਂ ਨੇ। ਭਾਵ ਇਹ ਹੈ ਵੀ ਉਹ ਸਦਾ ਹੀ ਸਿੱਖ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਰਹਿੰਦੇ ਨੇ, ਸੇਵਾ ਦੀ ਸਿਮਰਨੀ ਤਤਪਰ ਰਹਿੰਦੇ ਨੇ, ਤਿਆਰ ਬਰ ਤਿਆਰ ਰਹਿੰਦੇ ਨੇ, ਸਦਾ ਹੀ ਉਹ ਸਮਾਹ ਚਿੱਤ ਆਨੰਦ ਦੇ ਵਿੱਚ ਰਹਿੰਦੇ ਨੇ ਤੇ ਦਿਲੋਂ ਖੁਸ਼ ਹੋ ਕੇ ਨਾਮ ਜਪਣ ਨੂੰ ਵੀ ਤਿਆਰ, ਸੇਵਾ ਕਰਨ ਨੂੰ ਵੀ ਤਿਆਰ, ਪਰਉਪਕਾਰ ਕਰਨ ਨੂੰ ਵੀ ਤਿਆਰ ਖੜੇ ਦਿਖਦੇ ਹਨ। ਹਾਂ, ਜਿਵੇਂ ਸੁਹਾਗਣ ਬੀਬੀਆਂ ਕੁਝ ਗਹਿਣੇ ਪਾਉਂਦੀਆਂ ਨੇ ਗਲ ਦੇ, ਇਸੇ ਤਰ੍ਹਾਂ ਉਹ ਗੁਰਮੁਖ ਵੀ ਗਹਿਣਾ ਪਾਉਂਦੇ ਨੇ। ਉਹ ਕੀ ਪਾਉਂਦੇ ਆ? ਇੱਥੇ ਜਿਵੇਂ ਕੋਈ ਰਤਨ, ਕੋਈ ਹੀਰਾ, ਕੋਈ ਪੰਨਾ, ਕੋਈ ਸੋਨਾ, ਕੋਈ ਹੋਰ ਨਗ ਇਹ ਪਾਇਆ ਜਾਂਦਾ ਹੈ। ਗੁਰਮੁਖਾਂ ਦਾ ਰਤਨ ਕੀ ਹੈ? ਜਿਹੜਾ ਪਰਮੇਸ਼ਰ ਦਾ ਵੈਰਾਗ ਲੱਗਾ ਹੈ, ਉਹਨਾਂ ਵਾਸਤੇ ਰਤਨ ਹੈ। ਜਿਹੜਾ ਉਹਨਾਂ ਨੂੰ ਪ੍ਰੇਮ ਵੈਰਾਗ ਵਿੱਚੋਂ ਅੱਗੇ ਗਿਆਨ ਹੋਇਆ ਹੈ, ਉਹਨਾਂ ਵਾਸਤੇ ਜਵੇਹਰ ਹੈ। ਅਤੇ ਲਾਲ ਨਾਮ ਹੈ ਪ੍ਰੇਮ ਦਾ, ਉਹਨਾਂ ਦੇ ਦਿਲ ਵਿੱਚ ਸਦਾ ਪ੍ਰੇਮ ਹੈ ਵਾਹਿਗੁਰੂ ਦਾ। ਵਾਹਿਗੁਰੂ ਨਾਲ ਪ੍ਰੇਮ ਕਰਦੇ ਨੇ ਜੋ ਮਾਲਕ ਨਾਲ ਵੈਰਾਗ ਕਰਦੇ ਨੇ। ਵੈਰਾਗ ਰੂਪੀ ਰਤਨ ਹੈ, ਗਿਆਨ ਰੂਪੀ ਜਵੇਹਰ ਹੈ ਤੇ ਪ੍ਰੇਮ ਰੂਪੀ ਕੀਮਤੀ ਲਾਲ ਹਨ ਹਰ। ਕਹਿੰਦੇ ਹਰੀ ਵਾਹਿਗੁਰੂ ਹੀ ਸਾਰਾ ਕੁਝ ਹੈ ਉਹਨਾਂ ਲਈ। ਜਿਹੜਾ ਹਰ ਹਰ ਕਰਨਾ, ਨਾਮ ਜਪਣਾ, ਇਹੀ ਉਹਨਾਂ ਵਾਸਤੇ ਕੀਮਤੀ ਗਹਿਣੇ ਹਨ। ਇਹ ਸਦਾ ਉਹਨਾਂ ਕਿੱਥੇ ਪਹਿਨੇ ਨੇ? ਕਹਿੰਦੇ ਆਪਣੇ ਕੰਠ ਵਿੱਚ ਜੜ ਲਏ ਨੇ ਇਹ ਨਗ। ਕੰਠ ਕਿਹੜਾ ਹੈ? ਇੱਕ ਤਾਂ ਪ੍ਰਤੱਖ ਗਲਾ ਹੈ, ਜਿੱਥੇ ਕੋਈ ਹਾਰ, ਕੋਈ ਸ਼ਿੰਗਾਰ ਕਰਕੇ ਪਾਇਆ ਜਾਂਦਾ। ਉਹਨਾਂ ਆਪਣਾ ਹਿਰਦਾ ਰੂਪੀ ਜਿਹੜਾ ਗਲਾ ਹੈ ਨਾ, ਇਹਦੇ ਵਿੱਚ ਹੀ ਵੈਰਾਗ, ਗਿਆਨ ਤੇ ਪ੍ਰੇਮ ਧਾਰਨ ਕਰਕੇ ਮਾਨੋ ਵੀ ਜੜਤੀ ਕਰ ਲਈ ਹੈ, ਪੱਕਾ ਅੰਦਰ ਉਹਨੂੰ ਵਸਾ ਲਿਆ ਹੈ। ਸਵਾਸ ਸਵਾਸ ਨਾਮ ਜਪਦੇ ਹਨ ਨਾਨਕ ਤੇ ਜਿਹੜੇ ਸਵਾਸ ਸਵਾਸ ਨਾਮ ਜਪਦੇ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਅਸੀਂ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਚਾਹੁੰਦੇ ਹਾਂ। ਸਿੱਖਾ ਜੇ ਤੂੰ ਹੀ ਆਪਣਾ ਭਲਾ ਚਾਹੁੰਦਾ ਹੈ ਤਾਂ ਸਾਧ ਸੰਗਤ ਦੀ, ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਚਾਹਿਆ ਕਰ। ਜਿਹੜੀਆਂ ਜੀਵ ਇਸਤਰੀਆਂ, ਜਿਹੜੀਆਂ ਜੀਵ ਆਤਮਾਵਾਂ, ਜਿਹੜੇ ਸਿੱਖ ਸਾਧੂ ਮਹਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ, ਜਿਹੜੇ ਸਦਾ ਹੀ ਮਾਲਕ ਵਾਲੇ ਬਣੇ ਰਹਿੰਦੇ ਨੇ, ਉਹਨਾਂ ਦੇ ਚਰਨਾਂ ਦੀ ਧੂੜੀ ਮੈਂ ਚਾਹੁੰਦਾ ਹਾਂ। ਹੇ ਮਾਲਕਾ, ਜੇ ਚਰਨ ਧੂੜੀ ਗੁਰਮੁਖਾਂ ਦੀ ਮਿਲ ਜਾਵੇ ਤੇ ਮੱਥੇ ਤੇ ਲਾਉਣ ਦੇ ਨਾਲ ਹੀ ਕਈ ਕਲੰਕ ਕੱਟੇ ਜਾਂਦੇ ਹਨ। ਮੱਘਰ ਮਹੀਨਾ ਉਹਨਾਂ ਦਾ ਸਫਲਾ ਹੋ ਗਿਆ ਜਿਨ੍ਹਾਂ ਨੇ ਪ੍ਰਭੂ ਨੂੰ ਆਰਾਧਨਾ ਕੀਤਾ। ਮੱਘਰ ਕੀ ਹੈ? ਦੂਜੇ ਅਰਥਾਂ 'ਚ ਮਨੁੱਖਾ ਜਨਮ। ਮਨੁੱਖਾ ਜਨਮ ਉਹਨਾਂ ਦਾ ਸਫਲਾ ਹੋ ਗਿਆ ਜਿਨ੍ਹਾਂ ਨੇ ਸੰਗਤ ਨਾਲ ਮਿਲ ਕੇ ਕਿਹਾ ਵਾਹਿਗੁਰੂ 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 ਵਾਹਿਗੁਰੂ
ਤੇ ਸੁਖੀ ਕਿਵੇਂ ਰਹੀਏ, ਕਿਵੇਂ ਸਾਰਾ ਮਹੀਨਾ ਠੀਕ ਰਹੇ ਸਾਡਾ। ਇਹ ਸਾਰਿਆਂ ਦੀ ਇੱਛਾ ਹੁੰਦੀ ਹੈ ਕਿ ਸੁਖੀ ਰਵੇ ਸਦਾ ਮਹੀਨੇ ਵਿੱਚ। ਮਹਾਰਾਜ ਕਹਿੰਦੇ ਫਿਰ ਪ੍ਰਭ ਆਰਾਧਨ, ਪ੍ਰਭੂ ਦਾ ਆਰਾਧਨ ਕਰੀ ਜਾਇਓ, ਆਨੰਦ ਬਣਿਆ ਰਹੇਗਾ। ਮਹੀਨਾ ਦਾ ਸਫਲ ਹੋਊਗਾ, ਜਨਮ ਤਾਂ ਸਫਲ ਹੋਊਗਾ, ਮੁੜ ਮੁੜ ਕੇ ਟੇਢੀਆਂ ਜੂਨਾਂ ਦੇ ਵਿੱਚ ਜੰਮਣਾ ਮਰਨਾ ਵੀ ਨਹੀਂ ਪਵੇਗਾ। ਬਹੁੜ ਨਾ ਜਨਮੜੀਆ, ਵਾਰ-ਵਾਰ 84 ਦੇ ਵਿੱਚ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪਵਾਂਗੇ। ਇਹ ਮਾਘ ਮਹੀਨੇ, ਮੱਘਰ ਮਹੀਨੇ ਦਾ ਮਹਾਰਾਜ ਸਾਹਿਬ ਨੇ ਉਪਦੇਸ਼ ਦਿੱਤਾ ਹੈ। ਬਾਣੀ ਅਗਾਧ ਬੋਧ ਹੈ, ਸੰਖੇਪ ਅਰਥ ਵਿਚਾਰ ਕਰਦੇ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ਣੀਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਨਾਨਕ ਵਾਸੈ ਧੂੜ ਤੇਰਾ ਪ੍ਰਭ ਸਰਣੀ ਦਰ ਪੜੀਆ, ਮੰਗਲ ਪ੍ਰਭ ਆਰਾਧਨਾ ਬਹੁੜ ਨਜ਼ਰ ਬੜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।